ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ। ਨਵੀਂ ਕਹਾਣੀ 100 ਕਿਸਮਤਾਂ ਵਾਲੀ ਕੁੜੀ। ਉਮੀਦ ਹੈ ਪਸੰਦ ਜ਼ਰੂਰ ਆਵੇਗੀ। ਗੋਹੇ ਮਿੱਟੀ ਨਾਲ ਲਿਪੇ ਹੋਏ ਵਿਹੜੇ ਵਿੱਚ ਉਹ ਪੁੰਜੇ ਹੀ ਲੱਕੜ ਦੇ ਪੁਰਾਣੇ ਥੰਮ ਨਾਲ ਲੱਗ ਕੇ ਬੈਠੀ ਹੋਈ ਸੀ, ਜਿਸ ਦੇ ਸਹਾਰੇ ਲੰਬੇ ਤੇ ਸੁੱਕੇ ਬੁੱਝਿਆਂ ਨਾਲ ਬਣਿਆ, ਕੀ ਕਹਿੰਦੇ ਨੇ ਉਹਨੂੰ, ਹਾਂ ਸੱਚ, ਸਰ ਕੰਡਿਆਂ ਨਾਲ ਬਣਿਆ ਹੋਇਆ ਛੱਪਰ ਖੜਾ ਸੀ। ਛੱਪਰੇ ਦੇ ਹੇਠਾਂ ਸਾਰਾ ਕੁਝ, ਪਿੱਤਲ ਤੇ ਸਟੀਲ ਦੇ ਭਾਂਡੇ, ਪੁਰਾਣੇ ਜਿਹੇ ਵਿਛਾਉਣੇ, ਔਰਤਾਂ ਦੇ ਕੱਪੜੇ, ਕੁਝ ਦਰੀਆਂ, ਖੇਸ ਤੇ ਹੋਰ ਬੜਾ ਹੀ ਨਿਕਸੁਕ, ਬੜੇ ਹੀ ਸਾਫ਼ ਸੁਥਰੇ ਤੇ ਸਲੀਕੇ ਢੰਗ ਨਾਲ ਰੱਖਿਆ ਹੋਇਆ ਸੀ। ਪਰ ਉਸ ਦੀਆਂ ਅਡੋਲ ਤੇ ਪਥਰਾਈਆਂ ਹੋਈਆਂ ਸਿੱਧੀਆਂ ਅੱਖਾਂ ਵਿੱਚ ਉਸਦੇ ਆਪਣੇ ਅਤੀਤ ਦਾ ਖਿਲਾਰਾ ਉਸਦੇ ਸਮੇਟਣ ਵਿੱਚ ਹੀ ਨਹੀਂ ਸੀ ਆ ਰਿਹਾ। ਉਸਦੇ ਦਿਲ ਦੀ ਧੜਕਣ ਬੇਸ਼ੱਕ ਚੱਲ ਰਹੀ ਸੀ, ਪਰ ਉਹ ਨਿਰਸਾਹ ਲੋਥ ਹੋਈ ਪਈ ਸੀ। ਇਸੇ ਲੋਥ ਵਰਗੀ ਦੇਹ ਦੇ ਅੰਦਰ ਕਹਿਰ ਦਾ ਤੂਫਾਨ ਮੱਚਿਆ ਹੋਇਆ ਸੀ। ਦੂਜੇ ਪਹਿਰ ਤੋਂ ਹੀ ਉਸਦੀ ਸੱਸ ਕਿਸੇ ਮੱਛੀਓਂ ਭਰਿੰਡ ਵਾਂਗੂ ਉਹਦੇ ਆਲੇ ਦੁਆਲੇ ਮੰਡਰਾ ਕੇ ਉਸਦੇ ਹਾਲਾਤ ਦਾ ਜਾਇਜ਼ਾ ਲੈ ਰਹੀ ਸੀ। ਉਸਦੇ ਹਾਲੋਂ ਬੇਹਾਲ ਹੋਏ ਚਿੱਤ ਦਾ ਪਤਾ ਹੁੰਦਿਆਂ ਹੋਇਆਂ ਵੀ ਸੱਸ ਵਿੱਚ ਵਿਚਾਲੇ ਉਸਨੂੰ ਛੇੜ ਦਿੰਦੀ ਸੀ। ਕੀ ਹੋਇਆ ਨੀ ਬਹੂ ਤੈਨੂੰ, ਬੁੱਤ ਬਣੀ ਬੈਠੀ ਐ, ਚੱਲ ਉੱਠ, ਕਿਸੇ ਕੰਮ ਨੂੰ ਹੱਥ ਪਾ। ਸੱਸ ਦੇ ਇਹ ਸਧਾਰਨ ਬੋਲ ਵੀ ਉਸਨੂੰ ਪਿਘਲੇ ਸ਼ੀਸ਼ੇ ਦੇ ਲਾਵੇ ਵਾਂਗੂ ਲੱਗ ਰਹੇ ਸਨ, ਜੋ ਉਹਦੇ ਕੰਨਾਂ ਵਿੱਚੋਂ ਦੀ ਵਹਿੰਦਾ ਹੋਇਆ ਦਿਲ ਤੱਕ ਪਹੁੰਚ ਰਿਹਾ ਸੀ। ਕਹਿਰ ਦਾ ਸਾੜਾ ਉਸਦੇ ਅੰਦਰ ਤਰਥੱਲੀ ਮਚਾ ਰਿਹਾ ਸੀ, ਪਰ ਫਿਰ ਵੀ ਉਹ ਲੱਕੜ ਦੇ ਪੁਰਾਣੇ ਥੰਮ ਦੇ ਸਹਾਰੇ ਅਹਿਲਿਆ ਹੋਈ ਬੈਠੀ ਸੀ। ਪਹਾੜੀ ਹਵਾ ਦੀ ਸਰਸਰਾਹਟ ਉਸਦੀਆਂ ਪਥਰਾਈਆਂ ਅੱਖਾਂ ਨੂੰ ਛੂਹ ਕੇ ਨਮਕੀਨ ਹੰਝੂਆਂ ਦਾ ਸਵਾਦ ਚੱਖ ਕੇ, ਜਿਵੇਂ ਜਾਣ-ਬੁੱਝ ਕੇ ਮੱਛਰ ਉਸਦੇ ਅਣਵਾਹੇ ਵਾਲਾਂ ਨੂੰ ਬਗਾਵਤ ਕਰਨ ਲਈ ਉਕਸਾ ਰਹੀ ਸੀ। ਉਸਦੀਆਂ ਸਿਆਹ ਕਾਲੀਆਂ ਲਿਟਾਂ ਬਰਮੀ ਵਿੱਚੋਂ ਧੁੱਪ ਸੇਕਣ ਲਈ ਬਾਹਰ ਨਿਕਲੇ ਨਾਗਾਂ ਵਾਂਗੂ ਉਸਦੀ ਲੂੰ ਕੰਡਿਆਈ ਪਿੱਠ ਤੇ ਸਿਸਕਦੀ ਛਾਤੀ ਤੇ ਫੈਲੀਆਂ ਹੋਈਆਂ ਸਨ। ਉਸਨੂੰ ਇਸ ਅਤੀਤ ਨਿੰਦਰਾ ਵਿੱਚੋਂ ਕੱਢਣ ਦੀਆਂ ਝੂਠੀਆਂ ਬੇਗਾਨੀਆਂ ਕੋਸ਼ਿਸ਼ਾਂ ਕਰਦੀ ਸੱਸ ਹੁਣ ਬਾਹਰ ਜਾ ਕੇ ਬੱਕਰੀਆਂ ਭੇਡਾਂ ਨੂੰ ਘਾਹ ਪਾਉਣ ਲੱਗੀ। ਇਸ ਸਰਕੰਡੀ ਛੱਪਰ ਤੋਂ ਬਾਹਰ ਦਾ ਨਜ਼ਾਰਾ ਬੇਹੱਦ ਰਮਣੀਕ ਸੀ। ਛੋਟੀਆਂ-ਛੋਟੀਆਂ ਤੇ ਹਰੀਆਂ ਭਰੀਆਂ ਪਹਾੜੀਆਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ। ਦੂਰ ਕਿਤੇ ਚਰਵਾਹੇ ਪਹਾੜੀਆਂ ਦੀ ਹਿੱਕ ਤੇ ਆਪਣੀਆਂ ਗਾਵਾਂ ਮੱਝਾਂ ਚਰਾਉਂਦੇ ਇਸ ਛੱਪਰ ਤੋਂ ਚਾਬੀ ਵਾਲੇ ਖਿਡੌਣਿਆਂ ਵਰਗੇ ਪ੍ਰਤੀਤ ਹੋ ਰਹੇ ਸਨ। ਤਾਜ਼ੀ ਮਹਿਕ ਨਾਲ ਭਰੀ ਹੋਈ ਹਵਾ ਕਿਸੇ ਛਮਕ ਛਲੋ ਮੁਟਿਆਰ ਦੀ ਨਿਆਈ ਬੇਤਰਤੀਬੀ ਤਾਲ ਨਾਲ ਨੱਚਦੀ ਹੋਈ ਇੱਧਰ-ਉੱਧਰ ਵਗ ਰਹੀ ਸੀ। ਪਰ ਨਿਸ਼ਾਂਤਰ ਦੇ ਅੰਦਰ ਤਾਂ ਜਿਵੇਂ ਕੋਈ ਜਵਾਲਾਮੁਖੀ ਫਟਣ ਨੂੰ ਦਹਿਕ ਰਿਹਾ ਸੀ। ਉਫ, ਕਿਹੋ ਜਿਹਾ ਤਮਾਸ਼ਾ ਬਣਾਇਆ ਸੀ ਵਕਤ ਨੇ ਉਹਦਾ। ਅਸਲ ਵਿੱਚ ਨਿਸ਼ਾਂਤਰ ਇਹਨਾਂ ਛੋਟੀਆਂ ਤੇ ਹਰੀਆਂ ਭਰੀਆਂ ਪਹਾੜੀਆਂ ਦੀ ਪਹਾੜਨ ਨਹੀਂ, ਬਲਕਿ ਪੰਜਾਬ ਦੀ ਪੰਜਾਬਣ ਸੀ। ਕੰਡੀ ਦੇ ਚੌਆਂ ਦੀ ਜੰਪਲ। ਉਹਦੇ ਫੌਜੀ ਪਿਓ ਨੂੰ ਜਦੋਂ ਉਸਦੀ ਪਲਟਨ ਵੱਲੋਂ ਪਟਨੇ ਫੌਜੀ ਕੁਆਟਰ ਅਲਾਟ ਹੋਇਆ ਸੀ ਤਾਂ ਉਸਨੇ ਨਿਸ਼ਾਂਤਰ ਨੂੰ ਬੜਾ ਹੀ ਮਨਾਇਆ ਸੀ ਕਿ ਉਹ ਆਪਣੀ ਮਾਂ ਤੇ ਭੈਣ ਭਰਾਵਾਂ ਉਹਦੇ ਨਾਲ ਪਟਨੇ ਨੂੰ ਚੱਲੇ। ਪਰ ਨਿਸ਼ਾਂਤਰ ਦਾ ਪਿੱਛੇ ਇਕੱਲੀ ਰਹਿ ਗਈ ਦਾਦੀ ਨੂੰ ਛੱਡ ਕੇ ਜਾਣ ਲਈ ਦਿਲ ਨਾ ਮੰਨਿਆ, ਸੋ ਉਹ ਆਪਣੀ ਦਾਦੀ ਕੋਲ ਹੀ ਰਹਿ ਗਈ। ਉਦੋਂ ਉਹ 9ਵੀਂ ਵਿੱਚ ਹੋਵੇਗੀ। ਦਿਨ ਰਾਤ ਉਹ ਮੇਜ਼ ਉੱਤੇ ਆਪਣੀਆਂ ਕੂਣੀਆਂ ਟਿਕਾ ਕੇ ਤੇ ਹੱਥਾਂ ਵਿੱਚ ਸਿਰ ਦੇ ਕੇ ਕਿਤਾਬਾਂ ਨੂੰ ਧਿਆਨ ਨਾਲ ਪੜ੍ਹਦੀ ਰਹਿੰਦੀ। ਉਸਦੀ ਪੜ੍ਹਨ ਦੀ ਐਸੀ ਅਲਬੇਲੀ ਲਗਨ ਦੇਖ ਕੇ ਉਸਦੀ ਗਿੜਮੁਠੀਆ ਦਾਦੀ ਉਸਨੂੰ ਘਰ ਦਾ ਕੋਈ ਕੰਮ ਨਾ ਕਰਨ ਦਿੰਦੀ। ਝਾੜੂ ਪੋਚਾ, ਰੋਟੀ ਟੁੱਕ, ਧੋਆ ਧੁਆਈ, ਅੰਦਰਲਾ ਬਾਹਰਲਾ, ਗੱਲ ਕੀ ਸਾਰਾ ਕੰਮ ਉਹ ਆਪ ਹੀ ਸੰਭਾਲਦੀ ਸੀ। ਨਿਸ਼ਾਂਤਰ ਨੂੰ ਤਾਂ ਬਸ ਇੱਕ ਹੀ ਕੰਮ ਸੀ, ਪੜ੍ਹਨਾ ਤੇ ਪੜ੍ਹਨਾ। ਮੀਂਹ ਵਾਲੇ ਦਿਨਾਂ ਵਿੱਚ ਪਿੰਡ ਦੇ ਇੱਕ ਪਾਸਿਓਂ ਵਗਦਾ ਹੋਇਆ ਚੋ ਪੂਰੀ ਹੀ ਪਿੰਡ ਨੂੰ ਘੇਰ ਲੈਂਦਾ। ਉਹਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਨਾ ਕਰ ਸਕਿਆ। ਨਾ ਹੀ ਜੇਠ ਹਾੜ ਦੀਆਂ ਸਿਖਰ ਦੁਪਹਿਰਾਂ ਵਿੱਚ ਚੋ ਦੀ ਤਪਦੀ ਰੇਤਾਂ ਉਸਦੇ ਪੈਰਾਂ ਨੂੰ ਸਾੜ ਸਕੀ। ਪੋਹ ਮਾਘ ਦੀਆਂ ਧੁੰਦਾਂ ਵਿੱਚ ਚੋ ਦੇ ਸੁੰਨਸਾਨ ਰਸਤਿਆਂ ਨੂੰ ਪਾਰ ਕਰਦਿਆਂ ਉਹ 10ਵੀਂ ਦਾ ਇਮਤਿਹਾਨ ਅਵਲ ਦਰਜੇ ਵਿੱਚ ਪਾਸ ਕਰ ਗਈ। ਕਿਸੇ ਨੂੰ ਕੋਈ ਹੈਰਾਨੀ ਨਾ ਹੋਈ, ਉਹ ਲਾਇਕ ਜੋ ਇੰਨੀ ਸੀ। ਸ਼ਹਿਰ ਦੇ ਗੌਰਮੈਂਟ ਕਾਲਜ ਵਿੱਚ ਉਸਨੂੰ ਸਹਿਜੇ ਹੀ ਦਾਖਲਾ ਮਿਲ ਗਿਆ ਤੇ +2 ਮੈਡੀਕਲ ਦੀ ਪੜ੍ਹਾਈ ਵਿੱਚ ਵੀ ਨਿਸ਼ਾਂਤਰ ਨੇ ਆਪਣੀ ਮਿਹਨਤ ਦੇ ਝੰਡੇ ਗੱਡ ਦਿੱਤੇ। ਦਿਨ ਰਾਤ ਇੱਕ ਕਰਕੇ ਉਹ ਮੈਡੀਕਲ ਦੀ ਗ੍ਰੈਜੂਏਸ਼ਨ ਵੀ ਪਹਿਲੇ ਦਰਜੇ ਵਿੱਚ ਹੀ ਪਾਸ ਕਰ ਗਈ। ਵਗਦੇ ਚੋਆਂ ਨੂੰ ਪਾਰ ਕਰਕੇ ਤੇ ਬੱਸਾਂ ਦੇ ਸਫ਼ਰ ਵਿੱਚ ਧੱਕੇ ਖਾ ਕੇ ਸ਼ਹਿਰ ਜਾ ਕੇ ਪੜ੍ਹਨ ਵਾਲੀ ਨਿਸ਼ਾਂਤਰ ਹੁਣ B.Ed ਕਰਕੇ ਮੈਡਮ ਬਣਨ ਜੋਗੀ ਤਾਂ ਹੋ ਗਈ, ਪਰ ਕਿਸਮਤ ਵਿੱਚ ਹਲੇ ਹੋਰ ਧੱਕੇ ਖਾਣੇ ਲਿਖੇ ਸਨ। ਕਾਲੀਆਂ ਦੀ ਨਵੀਂ ਸਰਕਾਰ ਬਣੀ ਸੀ। ਉਨੀ ਦਿਨੀ ਸੋ ਵਾਅਦੇ ਪੂਰੇ ਕਰਨ ਨੂੰ ਹਜੇ 5 ਸਾਲ ਪੂਰੇ ਪਏ ਸਨ। ਇਸ ਲਈ ਨਿਸ਼ਾਂਤਰ ਨੂੰ ਸਰਕਾਰੀ ਨੌਕਰੀ ਤਾਂ ਕਿਧਰੇ ਵੀ ਨਾ ਮਿਲੀ।
ਪਰ ਇੱਕ ਪ੍ਰਾਈਵੇਟ ਸਕੂਲ ਦਾ ਆਪੇ ਬਣਿਆ ਪ੍ਰਿੰਸੀਪਲ ਉਸ ਨੂੰ 2000 ਰੁਪਏ ਮਹੀਨਾ ਤਨਖਾਹ ਤੇ ਰੱਖਣ ਨੂੰ ਤਿਆਰ ਹੋ ਗਿਆ। ਇਸ ਨਿਗੁਣੀ ਤਨਖਾਹ ਤੇ ਸਬਰ ਕਰਨ ਦੀ ਮਜਬੂਰੀ ਨੇ ਨਿਸ਼ਾਂਤਰ ਨੂੰ ਚਿੜਚਿੜੀ ਜਿਹੀ ਬਣਾ ਦਿੱਤਾ। ਜਦੋਂ ਉਸਨੇ ਕਾਲਜ ਵਿੱਚ ਕਦਮ ਧਰਿਆ ਹੀ ਸੀ, ਉਦੋਂ ਤੋਂ ਹੀ ਉਸ ਦੀ ਦਾਦੀ ਉਸ ਨੂੰ ਡਾਕਟਰ ਸਾਹਿਬ ਕਹਿ ਕੇ ਵਡਿਆਉਂਦੀ ਸੀ ਤੇ ਅੱਜ ਸਰਕਾਰਾਂ ਦੀ ਨਿਜ਼ਾਮ ਪ੍ਰਤੀ ਬੇਰੁਖੀ ਤੇ ਪ੍ਰਾਈਵੇਟ ਸੈਕਟਰਾਂ ਦੀ ਲੁੱਟ ਖਸੁੱਟ ਨੇ ਉਸ ਦੇ ਸੁਪਨਿਆਂ ਨੂੰ ਝੰਬ ਦਿੱਤਾ ਸੀ। ਜਦੋਂ ਉਸਨੇ ਪਹਿਲੀ ਵਾਰ ਆਪਣੀ ਦਾਦੀ ਦੇ ਪੱਲੇ ਵਿੱਚ ਆਪਣੀ ਪਹਿਲੀ ਤਨਖਾਹ ਪਾਈ ਤਾਂ ਉਹ ਫੁੱਟ ਕੇ ਰੋ ਪਈ। ਦਾਦੀ ਨੇ ਉਸਨੂੰ ਪਲੋਸਿਆ, ਪਿਆਰਿਆ, ਮੇਰਾ ਡਾਕਟਰ ਸਾਹਿਬ ਕਹਿ ਕੇ ਉਸਨੂੰ ਗੱਲ ਨਾਲ ਲਾ ਲਿਆ। ਪਰ ਨਿਸ਼ਾਂਤਰ ਨੂੰ ਹੁਣ ਦਾਦੀ ਦੇ ਇਹਨਾਂ ਸੰਬੋਧਨਾਂ ਤੋਂ ਨਫ਼ਰਤ ਹੋ ਗਈ ਸੀ। ਉਸਦੇ ਅਰਮਾਨਾਂ ਦਾ ਅਸਮਾਨ ਤਾਂ ਬਹੁਤ ਵੱਡਾ ਸੀ, ਪਰ ਉਸਦੇ ਖੰਭਾਂ ਦਾ ਖਿਲਾਰ ਹੁਣ ਸੁਪਨਾ ਹੋ ਗਿਆ ਸੀ। ਹਕੀਕਤ ਦਾ ਧਰਾਤਲ ਉਸਦੇ ਪਿੰਡ ਲਾਗਲੇ ਚੋਅ ਨਾਲੋਂ ਵੀ ਵੱਧ ਬਹਿਰੂਪੀਆ ਸੀ। ਡਾਕ ਰਾਹੀਂ ਮਿਲੇ ਸੱਸ ਦੀਆਂ ਝੜਕਾਂ ਵਾਲੇ ਖੱਤ ਨੇ ਰੰਗ ਦਿਖਾਇਆ ਤੇ ਨਿਸ਼ਾਂਤਰ ਦੀ ਮਾਂ ਹੁਣ ਉਸਦੇ ਭਰਾ ਤੇ ਭੈਣ ਨਾਲ ਪਿੰਡ ਨੂੰ ਪਰਤ ਆਈ ਸੀ। ਸਕੂਲੋਂ ਆਈ ਨਿਸ਼ਾਂਤਰ ਆਪਣੀ ਮਾਂ ਤੇ ਭੈਣ ਭਰਾ ਨੂੰ ਦੇਖ ਕੇ ਫੁੱਲ ਵਾਂਗ ਖਿੜ ਗਈ, ਪਰ ਉਸਦੇ ਹਾਲ ਨੂੰ ਵੇਖ ਕੇ ਉਸਦੀ ਮਾਂ ਦੇ ਕਲੇਜੇ ਨੂੰ ਹੌਲ ਜਿਹਾ ਪਿਆ। ਭਾਵੇਂ ਨਿਸ਼ਾਂਤਰ ਹੁਣ ਕੋਈ 25-26 ਕੁ ਸਾਲਾਂ ਦੀ ਮੁਟਿਆਰ ਸੀ, ਪਰ ਉਹ 19-20 ਸਾਲਾਂ ਦੀ ਲੀਸੜੀ ਜਿਹੀ ਕੁੜੀ ਵਰਗੀ ਹੀ ਲੱਗ ਰਹੀ ਸੀ। ਉਸਦੇ ਟੁੱਟੇ ਸੁਪਨਿਆਂ ਦੀਆਂ ਕੀਚੜਾਂ ਨੇ ਉਸਦੀ ਜਵਾਨੀ ਨੂੰ ਨੀਰਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਦੇ ਬੇਰੌਣਕੇ ਚਿਹਰੇ ਤੇ ਪਿੰਪਲ ਰੌਣਕਾਂ ਲਾਈ ਬੈਠੇ ਸਨ। ਉਸਦੇ ਸਮੇਂ ਨੂੰ ਸੁੰਦਰ ਬਣਾਉਣ ਲਈ ਉਸਦੀ ਮਾਂ ਨੂੰ ਇੱਕ ਫੁਰਨਾ ਫੁਰਿਆ, ਉਹੀ ਫੁਰਨਾ ਜੋ ਹਰ ਮਾਂ ਨੂੰ ਫੁਰਦਾ। ਮਾਂ ਨੇ ਨਿਸ਼ਾਂਤਰ ਦੇ ਪਿਓ ਤੇ ਦਾਦੀ ਦੇ ਕੰਨੀ ਜਾ ਪਾਇਆ। ਘਰ ਵਿੱਚ ਆਪਣੇ ਵਿਆਹ ਬਾਬਤ ਕੁਸਰ ਮੁਸਰ ਤੇ ਨਿਸ਼ਾਂਤਰ ਤੇ ਔੜਾ ਮਾਰੀ ਧਰਤੀ ਤੇ ਵਰੀ ਪਹਿਲੀ ਫੁਹਾਰ ਜਿਹਾ ਜਾਦੂ ਕੀਤਾ। ਪਿੰਪਲ ਤੇ ਪਿੰਪਲਾਂ ਦੇ ਦਾਗ ਹੌਲੀ-ਹੌਲੀ ਉਸਦੇ ਚਿਹਰੇ ਤੋਂ ਗਾਇਬ ਹੋਣ ਲੱਗੇ। ਬਾਹਾਂ ਲੱਤਾਂ ਵਿੱਚ ਕੁਝ ਜਾਨ ਜਿਹੀ ਪੈਣ ਲੱਗੀ। ਮੁਰਝਾਇਆ ਹੋਇਆ ਫੁੱਲ ਤਾਜ਼ਾ ਦਮ ਹੋ ਗਿਆ, ਮਹਿਕਣ ਲੱਗਾ। ਉਸਦੀ ਮਾਂ ਸਮਝਾਉਂਦੀ, ਦੇਖ ਨਿਸ਼ਾਂਤਰ, ਤੇਰੀ ਦਾਦੀ ਦਾ ਕਹਿਣਾ ਕਿ ਇੱਕ ਕੁੜੀ ਦੀਆਂ ਤਾਂ ਕਈ 100 ਕਿਸਮਤਾਂ ਹੁੰਦੀਆਂ। ਜੇ ਇੱਕ ਮਾੜੀ ਨਿਕਲ ਜਾਵੇ ਤਾਂ ਦੂਜੀ ਚਮਕ ਜਾਂਦੀ ਏ, ਜੇ ਦੂਜੀ ਵੀ ਮਾੜੀ ਹੋ ਨਿਕਲੇ ਤੇ ਫਿਰ ਤੀਜੀ ਸਹੀ। ਤੇ ਜੇ ਤੂੰ ਕੁੜੀ ਨੂੰ ਸਿੱਧਾ ਸਮਝਾ, ਬੜੀ ਫੇਲ ਫੱਛਰ ਬਣੀ ਫਿਰਦੀ ਆਂ। ਉਸਦੀ ਦਾਦੀ ਆਪਣੀ ਨੂੰਹ ਦਾ ਚਪੜ ਬੋਲਣਾ ਪਸੰਦ ਨਹੀਂ ਕਰਦੀ ਸੀ। ਮਾਂ, ਤੂੰ ਹਟਣਾ ਨਹੀਂ ਮੈਨੂੰ ਫਿਲਾਸਫਰ ਕਹਿਣ ਤੋਂ। ਅਕਸਰ ਨੂੰ ਤੇਰੇ ਪੁੱਤ ਨਾਲ ਮੈਂ ਪਟਨੇ ਰਹਿ ਕੇ ਆਈ ਆਂ। ਫੇਰ ਏਦਾਂ ਕਹਿਤਾ। ਦਾਦੀ ਨੇ ਫਿਰ ਮਾਂ ਦੀ ਗੱਲ ਟੋਕ ਦਿੱਤੀ। ਦੇਖ ਨਿਸ਼ਾਂਤਰ, ਅੱਜ ਨਹੀਂ ਤਾਂ ਕੱਲ ਤੈਨੂੰ ਸਰਕਾਰੀ ਨੌਕਰੀ ਤਾਂ ਮਿਲ ਹੀ ਜਾਣੀ ਆ, ਭਾਵੇਂ ਸਾਲ ਨੂੰ ਮਿਲੇ ਭਾਵੇਂ 5 ਨੂੰ। ਅਸੀਂ ਉਦੋਂ ਤੱਕ ਸੜ ਭੱਜ ਕੇ ਕਾਹਨੂੰ ਸਮਾਂ ਲਗਾਉਣਾ। ਚੰਗਾ ਵਾਰ ਦੇਖ ਕੇ ਤੇਰੇ ਹੱਥ ਪੀਲੇ ਕਰ ਦੇਣੇ। ਨਿਆਣਾ ਨਿੱਕਾ ਹੋ ਜਾਊ, ਟਾਈਮ ਸਿਰ ਪਲ ਜਾਊਗਾ, ਉਦੋਂ ਤੱਕ ਅਕਾਲੀਆਂ ਦੀ ਸਰਕਾਰ ਨੇ ਨੌਕਰੀ ਦੇ ਹੀ ਦੇਣੀ ਆ ਜਾਂਦਿਆਂ। ਮਾਂ ਸਾਰੀ ਹਿਸਾਬ ਕਿਤਾਬ ਲਾ ਕੇ ਬੈਠੀ ਸੀ। ਜੇ ਨਾ ਵੀ ਲਾਉਂਦੀ ਤਾਂ ਵੀ ਨਿਸ਼ਾਂਤਰ ਵਿਆਹ ਨੂੰ ਮੰਨੀ ਹੀ ਬੈਠੀ ਸੀ। ਉਸ ਕੋਲ ਆਪਣੀ ਮਾੜੀ ਕਿਸਮਤ ਨੂੰ ਨਵਿਆਉਣ ਦਾ ਇਹੀ ਇੱਕੋ ਇੱਕ ਢੰਗ ਬਚਿਆ ਸੀ ਹੁਣ। ਖੈਰ, ਦੂਰੋਂ ਲਾਗਿਓਂ ਕਈ ਰਿਸ਼ਤੇਦਾਰਾਂ ਨੇ ਮੁੰਡਿਆਂ ਦੀ ਦੱਸ ਪਾਈ। ਨਿਸ਼ਾਂਤਰ ਹਰ ਮੁੰਡੇ ਨੂੰ ਆਪਣੇ ਸੁਪਨਿਆਂ ਦੇ ਮੇਚ ਲਿਆ ਕੇ ਸੋਚਦੀ। ਕੋਈ ਵੀ ਮੁੰਡਾ ਉਸਦੀ ਸੋਚਣੀ ਵਿੱਚ ਫਿੱਟ ਨਾ ਬੈਠਦਾ। ਦਾਦੀ ਦਾ ਨੱਕ ਵੀ ਘੱਟ ਉੱਚਾ ਨਹੀਂ ਸੀ। ਲੈ ਹਰਮਿੰਦੋ ਦੀ ਨਣਦ ਆਪਣਾ ਮੂੰਹ ਨਹੀਂ ਦੇਖਦੀ, ਗੱਲ ਕਰਦੀ। ਆਖੇ ਮੁੰਡੇ ਦੀ ਆਪਣੀ ਹੱਟੀ ਆ ਪਿੰਡ ਵਿੱਚ, ਫੇ ਹੋਵੇ ਸਾਡੇ ਭਾਦੀ, ਅਸੀਂ ਸਿਰ 'ਚ ਮਾਰਨੀ ਆ। ਕੋਈ ਮਕੈਨਿਕ ਚੱਕੀ ਫਿਰਦਾ, ਕੋਈ ਬੇਲਦਾਰ। ਪਰ ਮਾਂ ਨੂੰ ਅੰਦਰੋਂ ਅੰਦਰੀ ਫਿਕਰ ਜਿਹਾ ਵੀ ਲੱਗ ਰਿਹਾ ਸੀ। ਕਈ ਮੁੰਡਿਆਂ ਦੀ ਦੱਸ ਪਈ ਸੀ, ਪਰ ਕੋਈ ਵੀ ਨਿਸ਼ਾਂਤਰ ਲਈ ਸਹੀ ਨਹੀਂ ਸੀ ਲੱਗਾ। ਇੱਕ ਦਿਨ ਉਸਨੇ ਆਪਣੀ ਸੱਸ ਨਾਲ ਫਿਕਰ ਸਾਂਝਾ ਕੀਤਾ। ਮਾਂ, ਭਲਾ ਨਿਸ਼ਾਂਤਰ ਦੀ ਗੱਲ ਕਿਤੇ ਬਣ ਵੀ ਜਾਊ? 26 ਦੀ ਹੋ ਗਈ ਏ, ਫਿਰ ਆਪਾਂ ਨਿੱਕੀ ਨੂੰ ਵੀ ਤੇ ਵਿਆਹਣਾ ਸੁੱਖ ਨਾਲ, ਉਹ ਵੀ ਇਸ ਤੋਂ 2 ਵਾਰੀ ਛੋਟੀ ਆ। ਕੁੜੇ ਧੀਆਂ ਆਪਣੀ ਕਿਸਮਤ ਲੈ ਕੇ ਜੰਮਦੀਆਂ ਨੇ, ਐਵੇਂ ਫਿਕਰ ਨਾ ਕਰ, ਵਾਹਿਗੁਰੂ ਭਲੀ ਕਰੂ। ਫਿਕਰ ਤਾਂ ਹੁਣ ਦਾਦੀ ਨੂੰ ਵੀ ਲੱਗ ਗਿਆ ਸੀ। ਉਧਰੋਂ ਨਿਸ਼ਾਂਤਰ ਨੇ ਵੀ ਜਿਵੇਂ ਕਸਮ ਖਾ ਲਈ ਸੀ, ਵਿਆਹ ਕਰਾਉਣਾ ਤਾਂ ਕਿਸੇ ਸਰਕਾਰੀ ਨੌਕਰੀ ਵਾਲੇ ਨਾਲ, ਨਹੀਂ ਤਾਂ ਕਰਵਾਉਣਾ ਹੀ ਨਹੀਂ। ਸਰਕਾਰੀ ਨੌਕਰੀ ਵਾਲੇ ਦਾ ਕੋਈ ਵੀ ਰਿਸ਼ਤਾ ਨਿਸ਼ਾਂਤਰ ਨੂੰ ਨਾ ਆਇਆ। ਉਡੀਕਦਿਆਂ ਕਈ ਦਿਨ, ਹਫ਼ਤੇ, ਫਿਰ ਮਹੀਨੇ ਗੁਜ਼ਰ ਗਏ। ਨਿਸ਼ਾਂਤਰ ਦੇ ਵਿਆਹ ਨੂੰ ਲੈ ਕੇ ਚੜ੍ਹਿਆ ਚਾਅ ਮੱਧਮ ਪੈਣ ਲੱਗਾ। ਮੁੰਡਿਆਂ ਦੀ ਦੱਸ ਪਾਉਣ ਵਾਲੇ ਵਿਚੋਲੇ ਆਪਣੀ ਸੋਨੇ ਦੀ ਮੁੰਦੀ ਹਰੀ ਕਰਨ ਨੂੰ ਫਿਰਦੇ ਸੀ, ਸੋ ਉਹਨਾਂ ਨੇ ਹੁਣ ਰਤਾ ਚੰਗੇ ਰਿਸ਼ਤੇ ਲਿਆਉਣੇ ਸ਼ੁਰੂ ਕਰ ਦਿੱਤੇ। ਇੱਕ ਕੈਨੇਡਾ ਗਏ ਮੁੰਡੇ ਦਾ ਰਿਸ਼ਤਾ ਆਇਆ ਤਾਂ ਘਰ ਦੇ ਸਾਰੇ ਜੀ ਸੋਚਾਂ ਵਿੱਚ ਪੈ ਗਏ।
ਨਿਸ਼ਾਂਤ ਨੇ ਵੀ ਹੁਣ ਸਰਕਾਰੀ ਨੌਕਰੀ ਵਾਲੇ ਮੁੰਡੇ ਬਾਰੇ ਸੋਚਣਾ ਛੱਡ ਕੇ ਬਾਹਰਲੇ ਮੁਲਕ ਜਾਣ ਲਈ ਮਨ ਬਣਾ ਲਿਆ। ਦੇਖ ਦਿਖਾਣੇ ਦਾ ਦਿਨ ਮੁਕਰਰ ਹੋਇਆ। ਘਰ ਵਿੱਚ ਰੌਣਕਾਂ ਲੱਗ ਗਈਆਂ। ਫੌਜੀ ਪਿਓ ਵੀ ਛੁੱਟੀ ਲੈ ਕੇ ਪਲਟਨ ਤੋਂ ਘਰ ਨੂੰ ਆ ਗਿਆ। ਮੁੰਡਾ ਆਪਣੇ ਰਿਸ਼ਤੇਦਾਰਾਂ ਨਾਲ 3 ਗੱਡੀਆਂ ਵਿੱਚ ਨਿਸ਼ਾਂਤਰ ਨੂੰ ਦੇਖਣ ਆਇਆ। ਚਾਹ ਨਾਲ ਉੜਦੀ ਨਿਸ਼ਾਂਤਰ ਦੀ ਅੱਡੀ ਜ਼ਮੀਨ ਤੇ ਨਹੀਂ ਸੀ ਲੱਗ ਰਹੀ। ਪਰ ਜਦੋਂ ਵਿਚੋਲੇ ਨੇ ਕੁੜੀ ਦਿਖਾਉਣ ਦੀ ਗੱਲ ਤੋਰੀ ਤਾਂ ਉਸਨੇ ਹੌਲੇ ਜਿਹੇ ਵਿਚੋਲੇ ਦੇ ਕੰਨ ਵਿੱਚ ਆਪਣੇ ਦਿਲ ਦੀ ਗੱਲ ਦੱਸੀ। ਅਸਲ ਕੁੜੀ ਨੂੰ ਵੇਖਣ ਤੋਂ ਪਹਿਲਾਂ ਹੀ ਮੁੰਡੇ ਨੇ ਦੌੜ ਦੌੜ ਕੇ ਪ੍ਰਾਹੁਣਿਆਂ ਨੂੰ ਚਾਹ ਪਾਣੀ ਫੜਾਉਂਦੀ ਉਸਦੀ ਛੋਟੀ ਭੈਣ ਨੂੰ ਪਸੰਦ ਕਰ ਲਿਆ ਸੀ। ਨਿਸ਼ਾਂਤਰ ਵੀ ਸੋਹਣੀ ਕੁੜੀ ਸੀ, ਪਰ ਉਸਦੀ ਛੋਟੀ ਭੈਣ ਤਾਂ ਮੈਲੇ ਕੁਚਾਲੇ ਕੱਪੜਿਆਂ ਵਿੱਚ ਵੀ ਅੰਬਰੋਂ ਉਤਰੀ ਪਰੀ ਵਰਗੀ ਸੀ। ਸੋਚਣ ਦਾ ਵਕਤ ਮੰਗ ਕੇ ਸਾਰਾ ਟੱਬਰ ਇੱਕ ਕਮਰੇ ਅੰਦਰ ਕੁਸਰ ਮੁਸਰ ਕਰਨ ਲੱਗਾ। ਨਿਸ਼ਾਂਤਰ ਖੂੰਜੇ ਲੱਗ ਕੇ ਬੈਠੀ ਸੁਬਕ ਰਹੀ ਸੀ, ਪਰ ਘਰ ਵਾਲੇ ਇਹ ਰਿਸ਼ਤਾ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦੇ, ਸੋ ਉਹਨਾਂ ਨੇ ਛੋਟੀ ਦਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰ ਲਿਆ। ਮਿੰਟਾਂ ਸਕਿੰਟਾਂ ਵਿੱਚ ਸ਼ਗਨ ਪੈ ਗਿਆ ਤੇ ਛੇਤੀ ਹੀ ਵਿਆਹ ਲੈਣ ਦਾ ਕਹਿ ਕੇ ਨਵੇਂ ਬਣੇ ਰਿਸ਼ਤੇਦਾਰ ਆਪਣੇ ਘਰ ਨੂੰ ਤੁਰ ਪਏ। ਨਿਸ਼ਾਂਤਰ ਨੇ ਵੀ ਆਪਣੀ ਛੋਟੀ ਭੈਣ ਤੇ ਹੋਣ ਵਾਲੇ ਜੀਜੇ ਨੂੰ ਵਧਾਈਆਂ ਦਿੱਤੀਆਂ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਬੁੱਝ ਗਈ ਸੀ। ਹੋਰ ਕਰਦੀ ਵੀ ਕੀ? ਦੁਨੀਆਦਾਰੀ ਤਾਂ ਇਹੀ ਹੁੰਦੀ ਹੈ। ਦੁਨੀਆਦਾਰੀ ਦੀ ਕੋਈ ਲਾਜ ਹੀ ਰੱਖ ਲੈ ਤੂੰ। ਲੋਕੀ ਕੀ ਕਹਿਣਗੇ? ਇਹਨਾਂ ਦੀ ਨੂੰਹ ਨੂੰ ਪਤਾ ਨਹੀਂ ਕੀ ਹੋਇਆ ਏ। ਆਪਣੀ ਸੱਸ ਦੀ ਕੜਕਵੀਂ ਫਿਟਕਾਰ ਸੁਣ ਕੇ ਨਿਸ਼ਾਂਤਰ ਅਤੀਤ ਦੇ ਬੂਹਿਆਂ ਵਿੱਚੋਂ ਬਾਹਰ ਡਿੱਗ ਪਈ। ਹਕੀਕਤ ਬੜੀ ਤਲਖ ਸੀ। ਪਤਾ ਨਹੀਂ ਉਹ ਕਦੋਂ ਦੀ ਲੱਕੜ ਦੇ ਇਸ ਪੁਰਾਣੇ ਥੰਮ ਨਾਲ ਲੱਗ ਕੇ ਬੈਠੀ ਹੋਈ ਸੀ। ਉਸਦਾ ਇੱਕ ਪਾਸਾ ਸੁੰਨ ਹੋ ਗਿਆ ਸੀ। ਫਿਰ ਵੀ ਉਸਨੇ ਲਾਲ ਚੂੜੇ ਵਾਲੀਆਂ ਵੀਣੀਆਂ ਘੁਮਾ ਕੇ ਆਪਣੇ ਖਿਲਰੇ ਹੋਏ ਘੁੰਗਰਾਲੇ ਵਾਲਾਂ ਦਾ ਜੂੜਾ ਬਣਾਇਆ ਤੇ ਥੰਮ ਦਾ ਸਹਾਰਾ ਲੈ ਕੇ ਉੱਠਣ ਦੀ ਕੋਸ਼ਿਸ਼ ਕੀਤੀ। ਲੜਖੜਾਉਂਦੀ ਹੋਈ ਉਹ ਮਿੱਟੀ ਦੇ ਘੜੇ ਕੋਲ ਗਈ ਤੇ ਪਾਣੀ ਨਾਲ ਮੂੰਹ ਧੋਤਾ। ਰੋ ਰੋ ਕੇ ਗੱਲਾਂ ਤੋਂ ਸੁੱਕ ਚੁੱਕੇ ਕੱਜਲ ਰਲੇ ਹੰਝੂਆਂ ਦੀਆਂ ਲਕੀਰਾਂ ਪਾਣੀ ਵਿੱਚ ਮਿਲ ਕੇ ਧਰਤੀ ਦੀ ਹਿੱਕ ਅੰਦਰ ਗੁਆਚ ਗਈਆਂ। ਬਹੂ ਨੂੰ ਕੀ ਹੋਇਆ ਬੀਬੀ? ਸੁਣੀ ਦਾ ਬਿਮਾਰ ਹੋ ਗਈ ਇੱਥੇ ਆ ਕੇ। ਨਿਸ਼ਾਂਤਰ ਦੇ ਹਾਲਾਤਾਂ ਬਾਰੇ ਸੁਣ ਕੇ ਸਾਕ ਸ਼ਰੀਕੇ ਵਿੱਚੋਂ ਕੁਝ ਜਨਾਨੀਆਂ ਸੂਹ ਲੈਣ ਲਈ ਵੀ ਆ ਗਈਆਂ। ਇੱਥੇ ਆ ਕੇ ਕਾਹਨੂੰ ਹੋ ਗਈ? ਜਦੋਂ ਦੀ ਵਿਆਹੀ ਆਈ ਹੈ ਸਾਡੇ ਘਰੇ ਉਦੋਂ ਦਾ ਬਸ ਇਹੋ ਹੀ ਹਾਲ ਹੈ ਇਹਦਾ। ਸਤੀ ਹੋਈ ਸੱਸ ਮਨ ਦਾ ਗੁਬਾਰ ਕੱਢਣੋਂ ਰਹਿ ਨਾ ਸਕੀ। ਨਿਸ਼ਾਂਤਰ ਨੇ ਸੁਤੀ ਸਾਫੇ ਨਾਲ ਮੂੰਹ ਸਾਫ਼ ਕਰਦਿਆਂ ਤਿਰਛੀ ਨਜ਼ਰ ਨਾਲ ਉਹਨਾਂ ਵੱਲ ਤੱਕਿਆ। ਤੇਰੀਆਂ ਚਾਚੀਆਂ ਤਾਈਆਂ ਆਈਆਂ ਨੇ ਧੀਏ, ਮੱਥਾ ਟੇਕਨੇ ਆਉਂਕੇ। ਸੱਸ ਮੂੰਹ ਦੀ ਸਾਰੀ ਕੁੜੱਤਣ ਪੀ ਕੇ ਮਿਠਾਸ ਨਾਲ ਬੋਲੀ, ਪਰ ਉਹ ਸੱਸ ਦੀ ਨਸੀਹਤ ਨੂੰ ਅਣਸੁਣਿਆ ਕਰਕੇ ਛਪਰੇ ਵਿੱਚ ਖੱਬੇ ਵਾਲੇ ਪਾਸੇ ਮੰਜੇ ਤੇ ਸੁੰਗੜ ਕੇ ਬੈਠ ਗਈ। ਲੈ ਦੱਸ, ਜਦੋਂ ਬਹੂ ਦਾ ਚਿੱਤ ਹੀ ਨਹੀਂ ਠੀਕ ਫਿਰ ਉਹ ਕਰੇ ਵੀ ਕੀ? ਇੱਕ ਜਣੀ ਉਹਦੇ ਸਿਰ ਉੱਤੇ ਹੱਥ ਰੱਖ ਕੇ ਉਸਨੂੰ ਪਲੋਸਣ ਲੱਗੀ। ਬਾਕੀ ਵੀ ਉਸਦੇ ਆਲੇ ਦੁਆਲੇ ਝੁਰਮਟ ਬਣਾ ਕੇ ਬਹਿ ਗਈਆਂ। ਦੱਸ, ਕੀ ਉਮਰ ਤੇ ਕਿਹੋ ਜਿਹਾ ਰੋਗ? ਉਹ ਉਸਨੂੰ ਗੱਲੀ ਲਾਉਣ ਦਾ ਯਤਨ ਕਰਨ ਲੱਗੀਆਂ। ਬਹੂ, ਕੀ ਹੁੰਦਾ ਤੈਨੂੰ? ਕਿਤੇ ਪੀੜ ਹੁੰਦੀ ਵੇ? ਕੋਈ ਓਪਰੀ ਕਸਰ ਲੱਗਦੀ ਹੈ ਭੈਣੇ ਮੇਰੀ ਇਹ ਤਾਂ। ਅਫਸਰ ਦੀ ਬਹੂ ਆ ਭਾਈ, ਲੋਕੀ ਚੱਲਦੇ ਨਹੀਂ ਕਿਸੇ ਦਾ ਘਰ ਵਸਿਆ। ਭੈਣ, ਤੂੰ ਹਾਸ਼ਮ ਮੌਲਵੀ ਨੂੰ ਵਿਖਾ। ਸੱਚ ਜਾਣੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਛੱਡਦਾ। ਸੁਣਿਆ ਬਹੂ ਆਪ ਵੀ ਬਥੇਰੀ ਪੜ੍ਹਾਈ ਲਿਖਾਈ ਜਾਣਦੀ। ਲੈ, ਕੀ ਗੱਲਾਂ ਕਰਦੀ ਤੂੰ? ਸਾਡਾ ਅਫਸਰ ਪੁੱਤ, ਉਹਨੇ ਕੋਈ ਅਨਪੜ੍ਹ ਥੋੜੀ ਨਾ ਵਿਆਹਣੀ ਸੀ। ਨਿਸ਼ਾਂਤਰ ਦੀ ਸੱਸ ਨੇ ਬਾਹਰ ਚੁੱਲ੍ਹੇ ਉੱਤੇ ਚਾਹ ਧਰ ਕੇ ਇਸ਼ਾਰੇ ਨਾਲ ਉਹਨਾਂ ਨੂੰ ਆਪਣੇ ਕੋਲ ਹੀ ਸੱਦ ਲਿਆ। ਨਿਸ਼ਾਂਤਰ ਨੂੰ ਹੌਸਲਾ ਦਿੰਦੀਆਂ ਉਹ ਹੌਲੀ ਹੌਲੀ ਉਸਦੇ ਮੰਜੇ ਤੋਂ ਖਿਸਕ ਕੇ ਬਾਹਰ ਚੁੱਲ੍ਹੇ ਦੁਆਲੇ ਬੈਠ ਗਈਆਂ। ਸਾਕ ਸ਼ਰੀਕੇ ਵਾਲੀਆਂ ਦਾ ਹਾਸਾ ਛੱਠਾ ਸ਼ੁਰੂ ਹੋ ਗਿਆ। ਨਿਸ਼ਾਂਤਰ ਅੱਖਾਂ ਮੀਟ ਕੇ ਮੰਜੇ ਤੇ ਹੀ ਟੇਢੀ ਜਿਹੀ ਹੋ ਕੇ ਪੈ ਗਈ। ਨਿਸ਼ਾਂਤਰ ਦੇ ਕੰਨਾਂ ਵਿੱਚ ਪੈਂਦੀਆਂ ਉਹਨਾਂ ਦੇ ਹਾਸੇ ਠੱਠੇ ਦੀਆਂ ਆਵਾਜ਼ਾਂ ਉਸਨੂੰ ਫਿਰ ਤੋਂ ਅਤੀਤ ਦੀਆਂ ਦਰੀਆਂ ਤੇ ਖਿੱਚ ਲਿਆਈਆਂ। ਪਿੰਡ ਦੇ ਗੁਰਦੁਆਰੇ ਵਿੱਚ ਸੂਹੇ ਰੰਗ ਦੀਆਂ ਦਰੀਆਂ ਉੱਤੇ ਸਾਰੇ ਰਿਸ਼ਤੇਦਾਰ ਬੈਠੇ ਹੋਏ ਸਨ। ਉਸਦੀ ਛੋਟੀ ਭੈਣ ਉਸਦੀਆਂ ਅੱਖਾਂ ਸਾਹਮਣੇ ਵਿਆਹੀ ਗਈ। ਵਿਆਹ ਵਿੱਚ ਸਾਰੇ ਰਿਸ਼ਤੇਦਾਰ ਇਹੋ ਸੋਚ ਰਹੇ ਸਨ ਕਿ ਵਿਆਹ ਤਾਂ ਨਿਸ਼ਾਂਤਰ ਦਾ ਪਹਿਲਾਂ ਹੋਣਾ ਚਾਹੀਦਾ ਸੀ। ਸ਼ਗਨਾਂ ਵੇਲੇ ਰਿਸ਼ਤੇਦਾਰਾਂ ਦੇ ਹਾਸਿਆਂ ਠੱਠਿਆਂ ਤੋਂ ਅੱਕ ਕੇ ਨਿਸ਼ਾਂਤਰ ਕਨਾਤਾਂ ਤੋਂ ਬਾਹਰ ਆ ਗਈ। ਉਸਦੀ ਸਹੇਲੀ ਨੀਲੂ ਵੀ ਉਸਦੇ ਨਾਲ ਸੀ। ਦੋਵੇਂ ਜਣੀਆਂ ਚੋਅ ਦੇ ਕੰਢੇ ਨਾਲ ਖੜੇ ਸਫੈਦਿਆਂ ਦੀ ਕਤਾਰ ਹੇਠਾਂ ਘੁੰਮਣ ਲੱਗੀਆਂ। ਨੀਲੂ ਨੂੰ ਉਹ ਪਹਿਲਾਂ ਹੀ ਆਪਣੀ ਹੱਡਬੀਤੀ ਸੁਣਾ ਚੁੱਕੀ ਸੀ। ਛੋਟੀ ਤੇ ਵਿਆਹ ਦੀ ਨੈਕਸੁੱਕ ਦੀ ਖਰੀਦਦਾਰੀ ਉਸਨੇ ਨੀਲੂ ਦੇ ਨਾਲ ਹੀ ਕੀਤੀ ਸੀ। ਉਦੋਂ ਤੋਂ ਹੁਣ ਤੱਕ ਨੀਲੂ ਉਹਦੇ ਨਾਲ ਕੋਈ ਰਮਜ਼ ਭਰੀ ਗੱਲ ਕਰਨੀ ਚਾਹੁੰਦੀ ਸੀ, ਪਰ ਉਸਨੂੰ ਕੋਈ ਢੁਕਵਾਂ ਮੌਕਾ ਨਹੀਂ ਸੀ ਮਿਲ ਰਿਹਾ।
ਤੇ ਹੁਣ ਜਦੋਂ ਉਹ ਦੋਵੇਂ ਇਕੱਲੀਆਂ ਸਫੈਦਿਆਂ ਦੀ ਕਤਾਰ ਦੇ ਨਾਲ ਘੁੰਮ ਰਹੀਆਂ ਸਨ ਤਾਂ ਨੀਲੂ ਨੂੰ ਆਪਣੀ ਗੱਲ ਕਹਿਣ ਲਈ ਇਹ ਸਮਾਂ ਸਭ ਤੋਂ ਉੱਤਮ ਲੱਗਾ। ਉਸਨੇ ਨਿਸ਼ਾਂਤਰ ਦਾ ਹੱਥ ਫੜ ਕੇ ਕਿਹਾ, ਨਿਸ਼ਾਂਤਰ, ਕਈ ਦਿਨਾਂ ਤੋਂ ਮੈਂ ਤੇਰੇ ਨਾਲ ਕੋਈ ਗੱਲ ਕਰਨ ਨੂੰ ਮੌਕਾ ਲੱਭ ਰਹੀ ਹਾਂ। ਜੇ ਕਹੇਂ ਤਾਂ ਹੁਣ ਕਰਾਂ? ਨਿਸ਼ਾਂਤਰ ਨੇ ਬਗੈਰ ਬੋਲੇ ਸਿਰ ਹਿਲਾ ਦਿੱਤਾ। ਦੇਖ ਨਿਸ਼ਾਂਤਰ, ਮੈਥੋਂ ਤੇਰਾ ਇਹ ਦੁੱਖ ਦੇਖਿਆ ਨਹੀਂ ਜਾਂਦਾ। ਮੈਂ ਚਾਹੁੰਦੀ ਹਾਂ ਕਿ ਤੇਰਾ ਵੀ ਜਲਦ ਹੀ ਵਿਆਹ ਹੋਵੇ। ਮੇਰੀ ਭੂਆ ਦੀ ਨਨਾਣ ਦੇ ਗੁਆਂਢ ਵਿੱਚ ਇੱਕ ਮੁੰਡਾ ਸਰਕਾਰੀ ਮਾਸਟਰ ਹੈ। ਜੇ ਕਹੀਂ ਤਾਂ ਉਹਦੇ ਨਾਲ ਮੈਂ ਤੇਰੇ ਰਿਸ਼ਤੇ ਦੀ ਗੱਲ ਚਲਾਵਾਂ। ਤੂੰ ਕਿਉਂ ਨਹੀਂ ਕਰਵਾ ਲੈਂਦੀ ਉਹਦੇ ਨਾਲ? ਤੂੰ ਵੀ ਤਾਂ ਮੇਰੇ ਜਿੰਨਾ ਹੀ ਪੜ੍ਹੀ ਲਿਖੀ ਹੈ। ਨਹੀਂ, ਮੈਂ ਨਹੀਂ ਕਰਵਾ ਸਕਦੀ ਕਿਉਂਕਿ ਮੈਂ ਉਹਨੂੰ ਭਰਾ ਕਹਿੰਦੀ ਹਾਂ। ਅੱਛਾ, ਬਹੁਤ ਹੀ ਬੀਬਾ, ਸਿਆਣਾ ਤੇ ਸਮਝਦਾਰ ਮੁੰਡਾ। ਅਜੇ ਤਾਂ ਉਹ ਆਪਣੀ ਭੈਣ ਦੇ ਘਰੇ ਰਹਿੰਦਾ, ਪਰ ਹਾਂ, ਉਸਨੇ ਇਹ ਸੋਚਿਆ ਹੋਇਆ ਕਿ ਜਦੋਂ ਉਸਦਾ ਵਿਆਹ ਹੋ ਜਾਵੇਗਾ ਤਾਂ ਉਹ ਆਪਣੀ ਵਹੁਟੀ ਨਾਲ ਆਪਣੇ ਪਿੰਡ ਵਾਲੇ ਘਰ ਚਲਾ ਜਾਵੇਗਾ। ਪਰ ਉਹ ਆਪਣੀ ਭੈਣ ਕੋਲ ਕਿਉਂ ਰਹਿੰਦਾ? ਮਾੜੀ ਕਿਸਮਤ ਆ ਵਿਚਾਰੀ ਦੀ। ਭੈਣ ਤੇ ਜੀਜੇ ਕੋਲ ਰਹਿਣਾ ਉਸਦੀ ਮਜਬੂਰੀ ਹੈ। ਉਸਦੇ ਮਾਤਾ ਪਿਤਾ ਨਹੀਂ ਹਨ। ਪਰ ਮੋਨੇ ਮੁੰਡੇ ਨੂੰ ਮੇਰੇ ਪਿਓ ਨੇ ਹਾਂ ਨਹੀਂ ਕਰਨੀ। ਨਿਸ਼ਾਂਤਰ ਬੜੀ ਹੀ ਦਿਲਚਸਪੀ ਨਾਲ ਨੀਲੂ ਦੀ ਸਾਰੀ ਗੱਲ ਸੁਣ ਰਹੀ ਸੀ। ਨਹੀਂ ਨਿਸ਼ਾਂਤਰ, ਉਹ ਸਰਦਾਰ ਹੈ, ਪੱਗ ਬੰਨ੍ਹਦਾ। ਉਹ ਸਰਦਾਰਾਂ ਦਾ ਮੁੰਡਾ ਹੈ। ਹਾਏ ਸੱਚੀ? ਕਹਿ ਕੇ ਨਿਸ਼ਾਂਤਰ ਨੇ ਖੁਸ਼ੀ ਨਾਲ ਨੀਲੂ ਨੂੰ ਘੁੱਟ ਕੇ ਜੱਫੀ ਪਾ ਲਈ। ਆਖਰ ਉਸਨੂੰ ਮਨ ਚਾਹਿਆ ਵਰ ਮਿਲ ਹੀ ਗਿਆ ਸੀ, ਸਰਕਾਰੀ ਵਰ। ਹੁਣ ਉਸਨੇ ਚਾਈਂ ਆਪਣੀ ਭੈਣ ਦੇ ਬਾਕੀ ਰਹਿੰਦੇ ਸ਼ਗਨਾਂ ਵਿੱਚ ਹਿੱਸਾ ਲਿਆ ਤੇ ਉਸਦੀ ਡੋਲੀ ਤੋਰਨ ਵੇਲੇ ਉਸਨੂੰ ਘੁੱਟ ਕੇ ਜੱਫੀ ਵੀ ਪਾਈ। ਛੋਟੀ ਦੇ ਵਿਆਹ ਤੋਂ ਹਫ਼ਤੇ ਕੁ ਬਾਅਦ ਹੀ ਨੀਲੂ ਆਪਣੀ ਮਾਂ ਨਾਲ ਨਿਸ਼ਾਂਤਰ ਦੇ ਘਰ ਆਈ। ਨਿਸ਼ਾਂਤਰ ਦਾ ਪਿਓ ਅਜੇ ਪਲਟਨ ਵਾਪਸ ਨਹੀਂ ਸੀ ਗਿਆ। ਉਸਦੀ ਮਾਂ ਨੇ ਬੜੇ ਹੀ ਸਲੀਕੇ ਨਾਲ ਨਿਸ਼ਾਂਤਰ ਦੇ ਮਾਤਾ ਪਿਤਾ ਨਾਲ ਰਿਸ਼ਤੇ ਦੀ ਗੱਲ ਕੀਤੀ। ਗੱਲ ਉਹਨਾਂ ਨੂੰ ਜੱਚ ਗਈ, ਸੋ ਉਹਨਾਂ ਨੇ ਬਿਨਾਂ ਦੇਰੀ ਕੀਤੇ ਮੁੰਡਾ ਜਾ ਦੇਖਿਆ। ਮੁੰਡਾ ਸਰਕਾਰੀ ਸਕੂਲ ਵਿੱਚ ਮਾਸਟਰ ਸੀ ਤੇ ਸਰਦਾਰ ਵੀ। ਨਾਮ ਸੀ ਉਸਦਾ ਵਿਕਰਮ ਸਿੰਘ। ਗੱਲ ਅੱਗੇ ਤੁਰੀ। ਵਿਕਰਮ ਆਪਣੀ ਭੈਣ ਨਾਲ ਨਿਸ਼ਾਂਤਰ ਨੂੰ ਦੇਖਣ ਆਇਆ। ਉਸਨੂੰ ਵੀ ਨਿਸ਼ਾਂਤਰ ਪਹਿਲੀ ਨਜ਼ਰੇ ਪਸੰਦ ਆ ਗਈ। ਗੱਲ ਛੇਤੀ ਤੋਂ ਪਹਿਲਾਂ ਬਣ ਗਈ, ਪਰ ਰੋਕੇ ਦਾ ਸ਼ਗਨ ਪਾਉਣ ਤੋਂ ਪਹਿਲਾਂ ਮੁੰਡੇ ਨੇ ਨਿਸ਼ਾਂਤਰ ਨਾਲ ਗੱਲ ਕਰਨੀ ਚਾਹੀ। ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਸੀ। ਦੋਵਾਂ ਨੂੰ ਕਮਰਿਆਂ ਵਿੱਚ ਇਕੱਲਿਆਂ ਛੱਡ ਕੇ ਸਾਰੇ ਜਾਣੇ ਹੌਲੀ-ਹੌਲੀ ਬਾਹਰ ਆ ਗਏ। ਰਾਜ, ਦੇਖੋ ਜੀ, ਮੈਂ ਛੋਟੀ ਜਿਹੀ ਗੱਲ ਕਰਾਂਗਾ। ਮੈਂ ਆਪਣੇ ਭੈਣ ਤੇ ਜੀਜੇ ਨਾਲ ਉਹਨਾਂ ਦੇ ਹੀ ਘਰ ਰਹਿੰਦਾ ਹਾਂ, ਕਿਉਂ ਜੋ ਮੇਰੇ ਮਾਤਾ ਪਿਤਾ ਕਈ ਚਿਰ ਪਹਿਲਾਂ ਹੀ ਦੁਨੀਆ ਛੱਡ ਕੇ ਚਲੇ ਗਏ। ਮੇਰੀ ਭੈਣ ਨੇ ਮੈਨੂੰ ਆਪਣੇ ਪੁੱਤਰ ਵਾਂਗ ਪਾਲਿਆ, ਸੋ ਵਿਆਹ ਕਰਵਾਉਣ ਤੋਂ ਬਾਅਦ ਅਸੀਂ ਕੁਝ ਚਿਰ ਉਹਨਾਂ ਕੋਲ ਹੀ ਰਹਾਂਗੇ। ਫਿਰ ਮੌਕੇ ਦੇ ਮੁਤਾਬਕ ਪਿੰਡ ਜਾ ਕੇ ਜੱਦੀ ਘਰ ਵਿੱਚ ਰਹਿ ਲਵਾਂਗੀ। ਅਜੇ ਮੈਂ ਬਹੁਤਾ ਕੁਝ ਨਹੀਂ ਜੋੜਿਆ, ਸੋ ਜਦੋਂ ਤੁਹਾਡੀ ਵੀ ਨੌਕਰੀ ਲੱਗ ਜਾਵੇਗੀ ਤਾਂ ਹੌਲੀ-ਹੌਲੀ ਸ਼ਹਿਰ ਵਿੱਚ ਹੀ ਘਰ ਬਣਾ ਲਵਾਂਗੇ। ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਜੀ? ਨਿਸ਼ਾਂਤਰ ਨੇ ਨੀਵੀਂ ਪਾ ਕੇ ਮੁਸਕਰਾਉਂਦਿਆਂ ਹੋਇਆਂ ਕਿਹਾ। ਮੈਂ ਇਹ ਸਭ ਤੁਹਾਨੂੰ ਇਸ ਲਈ ਦੱਸ ਰਿਹਾ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਮੇਰੇ ਕੋਲ ਬਹੁਤਾ ਕੁਝ ਨਹੀਂ, ਜ਼ਮੀਨ ਜਾਇਦਾਦ ਵਗੈਰਾ ਨਹੀਂ ਆ, ਪਰ ਅਜੇ ਵਕਤ ਦੇ ਨਾਲ ਸਭ ਕੁਝ ਆਪੇ ਹੀ ਹੌਲੀ-ਹੌਲੀ ਹੋ ਜਾਵੇਗਾ ਜੇ ਤੁਸੀਂ ਮੇਰਾ ਸਾਥ ਦੇਵੋਗੇ ਤਾਂ। ਮੈਂ ਤਾਂ ਸਦਾ ਹੀ ਤੁਹਾਡੇ ਨਾਲ ਹਾਂ ਜੀ। ਇਹਨਾਂ ਕਹਿ ਕੇ ਨਿਸ਼ਾਂਤਰ ਨੇ ਫਿਰ ਤੋਂ ਨੀਵੀਂ ਪਾ ਲਈ। ਦੋਵਾਂ ਨੂੰ ਸ਼ਗਨ ਪਾਇਆ ਗਿਆ ਤੇ ਵਿਆਹ ਦਾ ਮਹੀਨਾ ਮੁਕਰਰ ਕਰਨ ਦੀ ਗੱਲ ਚੱਲ ਪਈ। ਦੋਵੇਂ ਧਿਰਾਂ ਨਿਸ਼ਚਿੰਤ ਸਨ ਕਿਉਂਕਿ ਨੀਲੂ ਤੇ ਉਸਦੀ ਮਾਂ ਬਹੁਤ ਵਧੀਆ ਢੰਗ ਨਾਲ ਵਿਚੋਲੀਏ ਦਾ ਕਿਰਦਾਰ ਨਿਭਾ ਰਹੀਆਂ ਸਨ। ਹੁਣ ਦਿਨ ਰਾਤ ਨਿਸ਼ਾਂਤਰ ਵਿਕਰਮ ਦੇ ਸੁਪਨਿਆਂ ਵਿੱਚ ਗੁਆਚੀ ਰਹਿੰਦੀ। ਇੱਕ ਦੋ ਵਾਰ ਨਿਸ਼ਾਂਤਰ ਨੂੰ ਮਿਲਣ ਨੂੰ ਘਰ ਵੀ ਆਇਆ। ਉਹ ਖੁੱਲ੍ਹੇ ਖਿਆਲਾਂ ਵਾਲਾ ਨੌਜਵਾਨ ਸੀ ਤੇ ਨਿਸ਼ਾਂਤਰ ਨੂੰ ਉਸਦਾ ਹਰ ਖਿਆਲ ਪਸੰਦ ਸੀ। ਉਹ ਸੁੱਤਿਆਂ ਜਾਗਦਿਆਂ ਉਸਦਾ ਰਸਤਾ ਉਡੀਕਦੀ ਰਹਿੰਦੀ। ਇੱਕ ਦਿਨ ਵਿਕਰਮ ਜਦੋਂ ਉਹਨੂੰ ਮਿਲਣ ਆਇਆ ਤਾਂ ਗੱਲਾਂ ਬਾਤਾਂ ਤੇ ਚਾਹ ਪਾਣੀ ਤੋਂ ਬਾਅਦ ਜਾਣ ਵੇਲੇ ਨਿਸ਼ਾਂਤਰ ਵੀ ਉਸਨੂੰ ਬਾਹਰ ਛੱਡਣ ਤੁਰ ਪਈ। ਬਾਹਰ ਸਕੂਟਰ ਕੋਲ ਉਸਦਾ ਇੱਕ ਯਾਰ ਖੜਾ ਸੀ। ਨਿਸ਼ਾਂਤਰ ਦੇ ਪੁੱਛਣ ਤੇ ਵਿਕਰਮ ਨੇ ਦੱਸਿਆ ਕਿ ਇਸ ਮੁੰਡੇ ਦੇ ਸਕੂਟਰ ਤੇ ਹੀ ਉਹ ਉਸਨੂੰ ਮਿਲਣ ਆਉਂਦਾ। ਉਹ ਸਕੂਟਰ ਘੱਟੋ ਘੱਟ 15 ਸਾਲ ਪੁਰਾਣਾ ਮਾਡਲ ਸੀ ਤੇ ਜਦੋਂ ਵਿਕਰਮ ਦਾ ਦੋਸਤ ਉਸਨੂੰ ਸਟਾਰਟ ਕਰਨ ਲੱਗਾ ਤਾਂ ਉਹ ਸਟਾਰਟ ਨਾ ਹੋਵੇ। ਵਿਕਰਮ ਨੇ ਵੀ ਸਿਰ ਤੋੜ ਕੋਸ਼ਿਸ਼ ਕੀਤੀ ਪਰ ਸਕੂਟਰ ਸਟਾਰਟ ਹੋਣ ਵਿੱਚ ਨਾ ਆਇਆ। ਹਾਰ ਕੇ ਵਿਕਰਮ ਉੱਪਰ ਬੈਠਾ ਤੇ ਦੋਸਤ ਨੇ ਪਿੱਛੋਂ ਧੱਕਾ ਲਾ ਕੇ
ਕੁਝ ਦੂਰੀ ਤੱਕ ਸਕੂਟਰ ਨੂੰ ਦੌੜਾਇਆ ਤਾਂ ਜਾ ਕੇ ਸਕੂਟਰ ਫਟਰ ਫਟਰ ਕਰਦਾ ਸਟਾਰਟ ਹੋ ਗਿਆ। ਉਸ ਦਾ ਦੌੜਦਾ ਹੋਇਆ ਦੋਸਤ ਡੱਡੂ ਵਾਂਗੂ ਛੜੱਪੀਆਂ ਮਾਰ ਕੇ ਸਕੂਟਰ ਦੀ ਪਿਛਲੀ ਸੀਟ ਤੇ ਜਾ ਬੈਠਾ। ਦੂਰੋਂ ਹੀ ਹੱਥ ਹਿਲਾਉਂਦਾ ਵਿਕਰਮ ਚੋਅ ਦੀ ਰੇਤਾ ਵਿੱਚ ਬਣੀ ਲਕੀਰਾਂ ਤੇ ਸਕੂਟਰ ਨੂੰ ਚਲਾਉਣ ਲੱਗਾ। ਨਿਸ਼ਾਂਤਰ ਨੂੰ ਉਸ ਵੇਲੇ ਪਤਾ ਨਹੀਂ ਕਿਹੋ ਜਿਹਾ ਘਟਾ ਮਹਿਸੂਸ ਹੋਇਆ ਕਿ ਉਹ ਘਰ ਆ ਕੇ ਆਪਣੇ ਬਿਸਤਰੇ ਤੇ ਡਿੱਗ ਰੋਣ ਲੱਗ ਪਈ। ਹਾਏ, ਮੇਰੀ ਛੋਟੀ ਭੈਣ ਤਾਂ ਬਾਹਰਲੇ ਮੁਲਕਾਂ ਵਿੱਚ ਕਾਰਾਂ ਗੱਡੀਆਂ ਵਿੱਚ ਘੁੰਮੇਗੀ ਤੇ ਇਸ ਪਤੰਦਰ ਕੋਲ ਸਕੂਟਰ ਵੀ ਆਪਣਾ ਨਹੀਂ, ਘਰ ਵੀ ਆਪਣਾ ਨਹੀਂ। ਜੇ ਕੱਲ ਨੂੰ ਮੈਨੂੰ ਨੌਕਰੀ ਮਿਲ ਵੀ ਜਾਂਦੀ ਆ ਤਾਂ ਕੀ ਸਾਰੀ ਉਮਰ ਅਸੀਂ ਦੋਵੇਂ ਮਿਲ ਕੇ ਘਰ-ਬਾਰ, ਗੱਡੀਆਂ, ਜ਼ਮੀਨਾਂ ਹੀ ਲੈਂਦੇ ਰਵਾਂਗੇ? ਕਿਹੋ ਜਿਹਾ ਗਰੀਬੜਾ ਮਾਸਟਰ ਆ, ਕੀ ਕਰਨਾ ਇਹਦੀ ਸਰਕਾਰੀ ਨੌਕਰੀ ਨੂੰ? ਮੈਨੂੰ ਤੇ ਲੱਗਦਾ ਹੈ ਕਿ ਭੈਣ ਦੇ ਘਰ ਰਹਿ ਕੇ ਇਹ ਸਭ ਕੁਝ ਭੈਣ ਨੂੰ ਹੀ ਦੇਈ ਜਾ ਰਿਹਾ। ਸੜ ਗਈ ਮੇਰੀ ਕਿਸਮਤ। ਨਿਸ਼ਾਂਤਰ ਦੀ ਦਾਦੀ ਨੇ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਉਸਦੀ ਮਾਂ ਨੂੰ ਵੀ ਉਸਦੀਆਂ ਦਲੀਲਾਂ ਵਿੱਚ ਦਮ ਲੱਗ ਰਿਹਾ ਸੀ। ਨਿਸ਼ਾਂਤਰ ਦਾ ਮਨ ਇਸ ਰਿਸ਼ਤੇ ਤੋਂ ਇੰਨਾ ਖੱਟਾ ਹੋ ਗਿਆ ਸੀ ਕਿ ਉਹ ਨਾ ਕਹਿਣ ਲਈ ਆਪ ਆਪਣੀ ਮਾਂ ਨਾਲ ਵਿਕਰਮ ਦੀ ਭੈਣ ਦੇ ਘਰ ਗਈ। ਵਿਕਰਮ ਦੀ ਭੈਣ ਨੂੰ ਤਾਂ ਕੁਝ ਸੁੱਝੇ ਹੀ ਨਾ ਕਿ ਉਹ ਕੀ ਕਹੇ। ਵਿਕਰਮ ਫਫਕ ਫਫਕ ਕੇ ਰੋਣ ਲੱਗਾ। ਨਿਸ਼ਾਂਤਰ, ਏਦਾਂ ਦਾ ਜ਼ੁਲਮ ਤਾਂ ਨਾ ਕਰ ਯਾਰ ਮੇਰੇ ਨਾਲ। ਜੇ ਮੈਥੋਂ ਕੋਈ ਗਲਤੀ ਹੋ ਗਈ ਆ ਤਾਂ ਮਾਫ ਕਰ ਦੇ ਮੈਨੂੰ। ਵਿਕਰਮ ਦੀ ਭੈਣ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਲਈ ਤੂੰ ਧੀਆਂ ਵਰਗੀ ਏ। ਜੇ ਤੈਨੂੰ ਲੱਗਦਾ ਹੈ ਕਿ ਇਸਨੇ ਵਿਆਹ ਕਰਵਾ ਕੇ ਮੇਰੇ ਕੋਲ ਰਹਿਣਾ ਤਾਂ ਅਸੀਂ ਵਿਆਹ ਤੋਂ ਪਹਿਲਾਂ ਹੀ ਇਸਨੂੰ ਅੱਡ ਘਰ ਬਣਾ ਦਿੰਨੇ ਆ। ਉਹਨਾਂ ਦੇ ਇਸ ਤਰ੍ਹਾਂ ਮਿੰਨਤਾਂ ਕਰਨ ਤੇ ਉਸਨੂੰ ਅੱਜ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਰਹੀਓ ਖਈਓ ਨਹੀਂ। ਮੰਮੀ ਜੀ, ਮੈਂ ਤਾਂ ਤੁਹਾਨੂੰ ਹੀ ਆਪਣੀ ਮਾਂ ਸਮਝਣ ਲੱਗਾ ਸਾਂ। ਜੇ ਤੁਸੀਂ ਇੰਜ ਕੀਤਾ ਤਾਂ ਮੈਂ ਫਿਰ ਤੋਂ ਅਨਾਥ ਹੋ ਜਾਵਾਂਗਾ। ਵਿਕਰਮ ਨੇ ਰੋਂਦਿਆਂ ਹੋਇਆਂ ਆਪਣੇ ਦੋਵੇਂ ਹੱਥ ਉਹਨਾਂ ਅੱਗੇ ਜੋੜ ਦਿੱਤੇ। ਹੁਣ ਤੂੰ ਏਦਾਂ ਨਾ ਕਰ ਕਾਕਾ, ਬਾਕੀ ਸੰਜੋਗ ਉਸ ਉੱਪਰ ਵਾਲੇ ਦੇ ਹੱਥ ਹੁੰਦੇ ਨੇ। ਇੰਨਾ ਕਹਿ ਕੇ ਮਾਂ ਨੇ ਗੱਲ ਮੁਕਾਈ ਤੇ ਉਹ ਰਿਸ਼ਤੇ ਤੋਂ ਜਵਾਬ ਦੇ ਕੇ ਘਰ ਆ ਵੜੀਆਂ। ਉਹਨਾਂ ਦੇ ਜਾਂਦਿਆਂ ਨੂੰ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਭੂਆ ਉਹਨਾਂ ਦੇ ਘਰ ਆਈ ਹੋਈ ਸੀ। ਕੰਗ੍ਰੈਚੁਲੇਸ਼ਨਸ ਬਈ, ਹੁਣ ਤਾਂ ਕੁੜੀ ਸਾਡੀ ਮਾਸਟਰਨੀ ਬਣ ਗਈ। ਦਾਦੀ ਨੇ ਵੀ ਉਸਨੂੰ ਰਿਸ਼ਤਾ ਤੋੜਨ ਦੀ ਗੱਲ ਸੁਣਾ ਦਿੱਤੀ ਸੀ। ਫਿਰ ਵੀ ਉਹ ਨਿਸ਼ਾਂਤਰ ਨੂੰ ਛੇੜੇ ਬਿਨਾਂ ਰਹਿ ਨਾ ਸਕੀ। ਇਹ ਭੂਆ ਸ਼ਹਿਰ ਦੀ ਰਹਿਣ ਵਾਲੀ ਸੀ। ਨਿਸ਼ਾਂਤਰ ਦੀ ਮਾਂ ਨੇ ਸਭ ਕੁਝ ਦੱਸ ਦਿੱਤਾ। ਦਾਦੀ ਵੀ ਬਹੁਤ ਦੁਖੀ ਸੀ। ਸਾਰੀਆਂ ਗੱਲਾਂ ਸੁਣ ਕੇ ਉਹ ਕਹਿਣ ਲੱਗੀ, ਉਂਝ ਤਾਂ ਚੰਗਾ ਕੀਤਾ। ਸਾਰੀ ਉਮਰ ਦੀ ਖਿੱਚ-ਖਿੱਚ ਨਾਲੋਂ ਜਵਾਬ ਦੇਣਾ ਹੀ ਚੰਗਾ ਸੀ। ਜੇ ਤੁਸੀਂ ਮੈਨੂੰ ਪਹਿਲਾਂ ਦੱਸਦੇ ਤਾਂ ਮੈਂ ਇਹਦੀ ਪਸੰਦ ਦੇ ਮੁਤਾਬਕ ਚੰਗਾ ਮੁੰਡਾ ਲੱਭ ਦਿੰਦੀ। ਤਾਂ ਹੁਣ ਲੱਭ ਦੇ। ਅਸੀਂ ਤਾਂ ਪਰੇਸ਼ਾਨ ਹੋਏ ਪਏ ਹਾਂ। ਕੋਈ ਚੱਜ ਦਾ ਮੁੰਡਾ ਨਿਸ਼ਾਂਤਰ ਲਈ ਲੱਭ ਹੀ ਨਹੀਂ ਰਿਹਾ। ਮੁੰਡਾ ਤਾਂ ਇੱਕ ਹੈ ਮੇਰੀ ਨਜ਼ਰ ਵਿੱਚ, ਨਹਿਰ ਮਹਿਕਮੇ ਵਿੱਚ SDM ਲੱਗਾ। ਸਾਡੇ ਨਾਲ ਦਾ ਮੁਹੱਲਾ ਛੱਡ ਕੇ ਉਸ ਤੋਂ ਅਗਲੇ ਮੁਹੱਲੇ ਵਿੱਚ ਹੀ ਕੋਠੀ ਆ ਉਹਨਾਂ ਦੀ। ਪਰ ਉੱਥੇ ਵੀ ਅੱਗ ਲਾਉਣੀ ਆਹੀ ਪੈੜ ਆ। ਮੁੰਡੇ ਦੀ ਵੱਡੀ ਭੈਣ ਦਾ ਤਲਾਕ ਹੋ ਗਿਆ, ਸੋ ਉਹ ਪੇਕਿਆਂ ਦੇ ਹੀ ਰਹਿੰਦੀ ਆ। ਕਹਿੰਦੀ ਮੈਂ ਹੁਣ ਵਿਆਹ ਨਹੀਂ ਕਰਾਉਣਾ। ਉਂਝ ਤਾਂ ਉਹ ਵੀ ਵੱਡੀ ਅਫਸਰ ਹੈ ਬੈਂਕ ਦੀ, ਸਗੋਂ ਘਰ ਦਾ ਬਹੁਤ ਸੋਚਦੀ ਆ। 2 ਛੋਟੀਆਂ ਭੈਣਾਂ ਨੇ। ਵੱਡੀ ਨੇ ਇਸ ਸਾਲ ਹੀ ਸ਼ਾਂਤੇ ਵਾਂਗੂ BEd ਕੀਤੀ ਆ ਤੇ ਛੋਟੀ ਹਜੇ ਗ੍ਰੈਜੂਏਸ਼ਨ ਕਰ ਰਹੀ ਆ। ਭੂਆ ਨੇ ਗੱਲ ਮੁਕਾਈ। ਚਲੋ ਛੋਟੀਆਂ ਵਿਆਹ ਕੇ ਆਪਣੇ ਘਰ ਚਲੀਆਂ ਜਾਣਗੀਆਂ, ਪਰ ਵੱਡੀ ਦਾ ਕੀ? ਨਿਸ਼ਾਂਤਰ ਨੇ ਫਿਕਰ ਜਤਾਇਆ। ਮੁੰਡੇ ਤੋਂ ਕੋਈ 5 ਕੁ ਸਾਲ ਵੱਡੀ ਆ ਉਹ। ਸਗੋਂ ਪਰਿਵਾਰ ਨੂੰ ਉਸਦਾ ਬੜਾ ਆਸਰਾ। ਅਫਸਰ ਧੀ ਆ, ਘਰ ਭਰਿਆ ਪਿਆ ਉਸਨੇ। ਕਿਹੜੀ ਚੀਜ਼ ਹੈ ਜੋ ਉਸ ਘਰ ਵਿੱਚ ਨਹੀਂ? ਨਿਸ਼ਾਂਤਰ ਵੀ ਹੁਣ ਤੱਕ ਚੰਗੇ ਵਰ ਦੀ ਭਾਲ ਵਿੱਚ ਖੱਜਲ ਖੁਆਰ ਜੀ ਹੋਈ ਪਈ ਸੀ, ਸੋ ਉਸਨੇ ਮਾਂ ਤੇ ਦਾਦੀ ਦੀ ਸਲਾਹ ਤੋਂ ਬਿਨਾਂ ਹੀ ਝੱਟ ਹਾਂ ਕਰ ਦਿੱਤੀ। ਲੈ, ਏਦਾਂ ਨਹੀਂ ਕੁੜੀਏ, ਮੁੰਡਾ SDM ਆ, ਘੋਖ ਪੜਤਾਲ ਕਰਕੇ ਹੀ ਵਿਆਹ ਕਰਵਾਏਗਾ। ਭੂਆ ਨੇ ਹੱਸਦੇ ਹੋਏ ਨਿਸ਼ਾਂਤਰ ਨੂੰ ਟੋਕਿਆ। ਕਰ ਲਵੇ ਘੋਖ ਪੜਤਾਲ, ਮੈਂ ਕਿਹੜਾ ਕਿਸੇ ਨਾਲੋਂ ਘੱਟ ਆ। ਮੈਂ ਤਾਂ ਆਪ ਜਾ ਕੇ ਮਾਸਟਰ ਨੂੰ ਜਵਾਬ ਦੇ ਕੇ ਆਈ ਆ। ਸਾਰੀਆਂ ਜਮਾਤਾਂ ਅਵਲ ਦਰਜੇ ਵਿੱਚ ਹੀ ਪਾਸ ਕੀਤੀਆਂ ਹੋਈਆਂ ਨੇ ਮੈਂ। ਨਿਸ਼ਾਂਤਰ ਨੇ ਦੂਣੇ ਮਾਨ ਨਾਲ ਕਿਹਾ। ਭੂਆ ਰਿਸ਼ਤੇ ਦੀ ਗੱਲ ਕਰਨ ਦੀ ਪੱਕ ਠੱਕ ਕਰਕੇ ਚਲੀ ਗਈ। ਅਗਲੇ ਦਿਨ ਨੀਲੂ ਦੌੜੀ ਦੌੜੀ ਨਿਸ਼ਾਂਤਰ ਦੇ ਘਰ ਪਹੁੰਚੀ ਆਪਣੀ ਮਾਂ ਨੂੰ ਲੈ ਕੇ। ਇਹ ਤੂੰ ਕੀ ਕੀਤਾ ਕੁੜੀਏ? ਪਹਿਲਾਂ ਸਾਨੂੰ ਕੋਈ ਗੱਲ ਤਾਂ ਦੱਸਦੀ ਜੇ ਜਵਾਬ ਦੇਣਾ ਸੀ ਮੁੰਡੇ ਨੂੰ। ਨਿਸ਼ਾਂਤਰ ਨੇ ਤਾਂ ਸਿੱਧੀਆਂ ਸਿੱਧੀਆਂ ਸੁਣਾ ਦਿੱਤੀਆਂ। ਦੇਖ ਨੀਲੂ, ਮੈਨੂੰ ਬਹੁਤੀਆਂ ਕਹਾਣੀਆਂ ਨਹੀਂ ਪਾਉਣੀਆਂ ਆਉਂਦੀਆਂ। ਵਿਕਰਮ ਨੇ ਸਾਰੀ ਉਮਰ ਮਾਸਟਰ ਹੀ ਰਹਿਣਾ ਤੇ ਮਾਸਟਰ ਹੀ ਰਿਟਾਇਰ ਹੋ ਜਾਣਾ, ਆਪਣੇ ਸਕੂਲ ਵਾਲੇ ਮਾਸਟਰਾਂ ਵਾਂਗੂ।
ਨਾ ਕੋਈ ਤਰੱਕੀ ਤੇ ਨਾ ਹੀ ਕੋਈ ਸਟੇਟਸ ਇਸ ਲਾਈਨ ਵਿੱਚ। ਤੇ ਤੂੰ ਕਿਹੜਾ ਡੀਸੀ ਪ੍ਰਮੋਟ ਹੋ ਜਾਣਾ ਵੱਡੀ ਮਾਸਟਰ ਨਹੀਂ ਏ। ਨਾਲੇ ਅਜੇ ਤਾਂ ਤੂੰ ਆਪਣੇ ਆਪ ਨੂੰ ਬੇਰੁਜ਼ਗਾਰ ਹੀ ਮੰਨ। 4 ਸਾਲ ਹੋ ਗਏ ਤੈਨੂੰ 2-3 ਹਜ਼ਾਰ ਤੇ ਪ੍ਰਾਈਵੇਟ ਸਕੂਲ ਵਿੱਚ ਧੱਕੇ ਖਾਂਦੀ ਨੂੰ, ਵੱਡੀ ਆਈ ਸਟੇਟਸ ਵਾਲੀ। ਨੀਲੂ ਨੇ ਆਪਣਾ ਸਾਰਾ ਗੁੱਸਾ ਉਗਲ ਦਿੱਤਾ। ਨੀਲੂ, ਐਵੇਂ ਹੀ ਬਕਵਾਸ ਨਾ ਕਰ। ਕੁੜੀਆਂ ਦੀਆਂ ਤਾਂ ਕਈ 100 ਕਿਸਮਤਾਂ ਹੁੰਦੀਆਂ, ਜੇ ਇੱਕ ਡੁੱਬ ਜਾਏ ਤਾਂ ਦੂਜੀ ਚਮਕ ਜਾਂਦੀ ਏ। ਨਿਸ਼ਾਂਤਰ ਦੇ ਦਿਮਾਗ ਵਿੱਚ SDM ਵਾਲਾ ਸਾਕ ਘੁੰਮ ਰਿਹਾ ਸੀ। ਚਲੋ ਭੈਣ ਜੀ, ਮਿੱਟੀ ਪਾਓ। ਗੱਲ ਤੇ ਸਾਰੀ ਸੰਜੋਗਾਂ ਦੀ ਖੇਡ ਹੈ। ਇਹ ਤਾਂ ਤੁਸੀਂ ਕੁੜੀਆਂ ਇਸ ਗੱਲ ਖਾਤਰ ਆਪਣੇ ਸਹੇਲਪੁਣੇ ਵਿੱਚ ਕਾਹਨੂੰ ਫਿੱਕ ਪਾਉਂਦੀਆਂ ਜੇ? ਨਿਸ਼ਾਂਤਰ ਦੀ ਮਾਂ ਨੇ ਲੜਾਈ ਮਿਟਾਉਣ ਦਾ ਯਤਨ ਕੀਤਾ। ਹੁਣ ਕਾਹਦਾ ਸਹੇਲਪੁਣਾ ਰਿਹਾ ਸਾਡਾ? ਮੈਂ ਕਦੇ ਤੇਰਾ ਮੂੰਹ ਵੀ ਨਹੀਂ ਦੇਖਣਾ ਹੁਣ। ਨੱਕ ਵੜਾਤਾ ਤੂੰ ਮੇਰਾ ਤੇ ਉਧਰ ਵਿਕਰਮ ਦਾ ਵੀ। ਵਿਚਾਰਾ ਮਾਂ ਪਿਓ ਹੋਣਾ ਬੋਟ। ਚੱਲ ਮੰਮੀ ਚੱਲੀਏ, ਸਾਡਾ ਕੀ ਮੇਚ ਇਸ ਵੱਡੀ ਅਫਸਰਨੀ ਨਾਲ। ਨੀਲੂ ਉੱਠ ਕੇ ਖੜੀ ਹੋ ਗਈ। ਅਫਸਰਨੀ ਵੀ ਤੈਨੂੰ ਬਣ ਕੇ ਹੀ ਦਿਖਾਊਂ। ਨਿਸ਼ਾਂਤਰ ਨੇ ਆਪਣੇ ਵੱਲੋਂ ਇਸ ਸਹੇਲਪੁਣੇ ਦਾ ਭੋਗ ਪਾ ਦਿੱਤਾ। ਆਹੋ, ਤੇਰੀਆਂ ਤਾਂ 100 ਕਿਸਮਤਾਂ। ਫੁੰਕਾਰੇ ਮਾਰਦੀਆਂ ਨੀਲੂ ਤੇ ਉਹਦੀ ਮਾਂ ਗੇਟ ਤੋਂ ਬਾਹਰ ਹੋ ਗਈਆਂ। ਦੇਖ ਦਿਖਾਲੇ ਵਾਲੇ ਦਿਨ ਨਿਸ਼ਾਂਤਰ ਤੇ ਉਸਦੇ ਘਰ ਵਾਲਿਆਂ ਨੂੰ ਮੁੰਡਾ ਉਮਰ ਵਿੱਚ ਨਿਸ਼ਾਂਤਰ ਤੋਂ ਕੁਝ ਵੱਡਾ ਲੱਗਾ, ਪਰ ਸੋਹਣਾ ਸਰਦਾਰ ਸੀ ਤੇ ਅਫਸਰ ਵੀ। ਹੋਰ ਭਲਾ ਕੀ ਚਾਹੀਦਾ ਸੀ? ਨਾਲੇ ਅਫਸਰ ਕੋਈ ਐਵੇਂ ਨਹੀਂ ਬਣਦਾ, ਕਈ ਸਾਲ ਲੱਗਦੇ ਨੇ ਮਿਹਨਤਾਂ ਕਰਦਿਆਂ। ਉਮਰਾਂ ਵੱਡੀਆਂ ਹੋ ਹੀ ਜਾਂਦੀਆਂ ਨੇ। ਮੁੰਡੇ ਦੇ ਮਾਪਿਓ ਵੀ ਕੁਝ ਬਾਲੇ ਹੀ ਬੁੱਢੇ ਸਨ। ਨਿਸ਼ਾਂਤਰ ਦੇ ਮਾਪਿਓ ਤਾਂ ਅਜੇ 50-52 ਸਾਲਾਂ ਦੇ ਹੀ ਸਨ, ਪਰ ਮੁੰਡੇ ਦੇ ਮਾਪਿਓ ਕੋਈ 65-70 ਦੇ ਨਜ਼ਰ ਆਉਂਦੇ ਸਨ। ਸ਼ਗਨ ਵੇਲੇ ਮੁੰਡੇ ਨੇ ਨਿਸ਼ਾਂਤਰ ਨੂੰ ਇੱਕ ਸੋਨੇ ਦੀ ਮੁੰਦਰੀ ਪਾਈ। ਵੱਡੀ ਭੈਣ ਜੋ ਬੈਂਕ ਵਿੱਚ ਅਫਸਰਨੀ ਸੀ, ਉਸਨੇ ਨਿਸ਼ਾਂਤਰ ਦੇ ਗਲ ਵਿੱਚ ਸੋਨੇ ਦੀ ਮਟਰਮਾਲਾ ਪਾਈ। ਇੱਕ ਤਾਂ ਭਰਜਾਈ ਹੈ ਸਾਡੀ ਰਾਣੀਆਂ ਵਰਗੀ, ਉਸਨੇ ਮੁਸਕਰਾਉਂਦੇ ਹੋਏ ਕਿਹਾ। ਜਾਂਦੇ ਜਾਂਦੇ ਉਹ ਵਿਆਹ ਦੀ ਤਰੀਕ ਵੀ ਪੱਕੀ ਕਰ ਗਏ। ਨਾਲ ਹੀ ਇਹ ਤਾਕੀਦ ਕਰ ਗਏ ਕਿ ਵਿਆਹ ਤੇ ਕੋਈ ਬਹੁਤਾ ਖਰਚਾ ਨਹੀਂ ਕਰਨਾ, ਕੁੜੀ 3 ਕੱਪੜਿਆਂ ਵਿੱਚ ਹੀ ਵਿਆਹ ਕੇ ਲਿਜਾਣੀ ਹੈ। ਨਿਸ਼ਾਂਤਰ ਦੇ ਤਾਂ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ। 2 ਮਹੀਨੇ ਫੁਰ ਕਰਕੇ ਕਿੱਧਰ ਉੱਡ ਗਏ, ਉਸਨੂੰ ਕੁਝ ਪਤਾ ਹੀ ਨਾ ਲੱਗਾ। ਬੈਂਡ ਬਾਜਿਆਂ ਨਾਲ ਸਜੀ ਸੋਹਣੀ ਬਰਾਤ ਮੈਰਿਜ ਪੈਲੇਸ ਵਿਖੇ ਢੁੱਕੀ। ਮੁੰਡੇ ਵਾਲਿਆਂ ਦੇ ਖਰਚਾ ਨਾ ਕਰਨ ਦੀ ਤਾਕੀਦ ਦੇ ਬਾਵਜੂਦ ਨਿਸ਼ਾਂਤਰ ਦੇ ਪਿਓ ਨੇ ਮੈਲਨੀਆਂ ਤੇ ਖੂਬ ਖਰਚਾ ਕੀਤਾ। ਮੁੰਡੇ ਨੂੰ ਮੁੰਦਰੀ ਸੋਨੇ ਦੀ ਤੇ ਘੜੀ, ਸੱਸ ਨੂੰ ਤੇ ਅਫਸਰਨੀ ਭੈਣ ਨੂੰ ਸੋਨੇ ਦੇ ਸੈੱਟ ਤੇ ਪਿਓ ਤੇ ਦੋਵੇਂ ਨਨਾਨਾਂ ਨੂੰ ਸੋਨੇ ਦੀਆਂ ਮੁੰਦਰੀਆਂ। ਉਹਨਾਂ ਨੇ ਵੀ ਘੱਟ ਨਹੀਂ ਸੀ ਕੀਤੀ। ਵਿਆਹ ਤੇ ਆਏ ਸਾਰੇ ਹੀ ਸਾਕ ਸੰਬੰਧੀਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਦੋਂ ਮੁੰਡੇ ਵਾਲਿਆਂ ਨੇ ਨਿਸ਼ਾਂਤਰ ਨੂੰ ਸ਼ਗਨ ਪਾਇਆ। ਸਿਰ ਉੱਤੇ ਟਿੱਕਾ ਚੌਂਕ ਸਣੇ, ਕੰਨੀ ਕਾਂਟੇ, ਗਲ ਨੂੰ ਝੂਮਰ, ਬਾਹੀਂ ਕੰਗਣ ਤੇ ਪੈਰੀ ਪੰਜੇਬਾਂ। ਪੈਰ ਦੀ ਪੰਜੇਬਾਂ ਨੂੰ ਛੱਡ ਕੇ ਬਾਕੀ ਸਭ ਸੋਨੇ ਦਾ। ਵਿਆਹ ਸੰਪੂਰਨ ਹੋਇਆ ਤੇ ਨਿਸ਼ਾਂਤਰ ਵੀ ਆਪਣੇ ਪਤੀ ਨਾਲ ਫੁੱਲਾਂ ਵਾਲੀ ਗੱਡੀ ਵਿੱਚ ਬੈਠ ਕੇ ਚਲੀ ਗਈ। ਪਰ ਰਿਸ਼ਤੇਦਾਰਾਂ ਦੀਆਂ ਗੱਲਾਂ ਨਾ ਖਤਮ ਹੋਈਆਂ। ਬੜੇ ਉੱਚੇ ਖਾਨਦਾਨ ਵਿੱਚ ਵਿਆਹੀ ਗਈ ਹੈ ਕੁੜੀ, ਬਸ ਇਹੋ ਸਭ ਜਣੇ ਕਹਿ ਰਹੇ ਸਨ। ਮੁਕਲਾਵੇ ਦੀ ਰਸਮ ਤਾਂ ਉਹਨਾਂ ਨੇ ਵਿਆਹ ਵਾਲੇ ਦਿਨ ਹੀ ਕਰ ਲਈ ਸੀ, ਸੋ ਪੂਰਾ 1 ਹਫ਼ਤਾ ਸਹੁਰਿਆਂ ਦੀ ਸ਼ਹਿਰੀ ਕੋਠੀ ਵਿੱਚ ਰਹਿ ਕੇ ਨਿਸ਼ਾਂਤਰ ਜਦੋਂ ਪਹਿਲੀ ਵਾਰ ਆਪਣੇ ਪੇਕਿਆਂ ਨੂੰ ਆਈ ਤਾਂ ਵੀ ਉਹ ਸੋਨੇ ਦੇ ਉਹਨਾਂ ਗਹਿਣਿਆਂ ਨਾਲ ਲੱਦੀ ਪਈ ਸੀ ਜੋ ਉਸਦੇ ਸਹੁਰਿਆਂ ਨੇ ਵਿਆਹ ਵੇਲੇ ਉਸਨੂੰ ਪਾਏ ਸਨ। ਮਾਂ ਪਿਓ ਸਦਕੇ ਲੈ ਜਾਂਦੇ ਸਨ। ਦਾਦੀ ਦਾ ਮੂੰਹ ਸਾਡੀ ਅਫਸਰਨੀ ਕਰਦਿਆਂ ਥੱਕਦਾ ਨਹੀਂ ਸੀ। ਸਾਕ ਸ਼ਰੀਕੇ ਵਿੱਚੋਂ ਚਾਚੇ ਤਾਏ, ਚਾਚੀਆਂ ਤਾਈਆਂ, ਭੈਣ ਭਰਾ ਸਭ ਉਚੇਚੇ ਤੌਰ ਤੇ ਉਸਨੂੰ ਮਿਲਣ ਆਏ। ਜਦੋਂ ਮਿਲਣ ਗਿਲਣ ਵਾਲਿਆਂ ਦਾ ਕੰਮ ਮੁੱਕਿਆ ਤਾਂ ਨਿਸ਼ਾਂਤਰ ਆਪਣੀ ਦਾਦੀ ਦੇ ਕਮਰੇ ਵਿੱਚ ਆਈ। ਉਹ ਇੱਕ ਇੱਕ ਕਰਕੇ ਸੋਨੇ ਦੇ ਗਹਿਣੇ ਲਾਉਣ ਲੱਗੀ, ਜਿਵੇਂ ਇਨਸਾਨ ਨਾ ਹੋ ਕੇ ਕੋਈ ਮਸ਼ੀਨ ਹੋਵੇ। ਰਹਿਣ ਦੇ ਧੀਏ, ਏਦਾਂ ਹੀ ਪਾਈ, ਤੇਰੇ ਹੁਸਨ ਤੇ ਸੋਨੇ ਦੇ ਗਹਿਣੇ ਬਹੁਤ ਸੋਹਣੇ ਲੱਗਦੇ ਨੇ ਮੇਰੀ ਇਹ ਰਾਣੀਏ। ਕੀ ਕਰਨਾ ਦਾਦੀ ਇਹਨਾਂ ਗਹਿਣਿਆਂ ਨੂੰ? ਇਹਨਾਂ ਗਹਿਣਿਆਂ ਨਾਲ ਥੋੜੀ ਨਾ ਜ਼ਿੰਦਗੀ ਕੱਢਣੀ ਆ। ਕੀ ਹੋਇਆ ਮੇਰੀ ਚੰਦ ਵਰਗੀ ਪੋਤੀ ਨੂੰ? ਜਦੋਂ ਦੀ ਤੂੰ ਆਈ ਆ ਮੈਂ ਵੇਖ ਰਹੀ ਆ ਕਿ ਤੇਰੇ ਚਿਹਰੇ ਤੇ ਉਹ ਪਹਿਲਾਂ ਵਾਲਾ ਨੂਰ ਨਹੀਂ, ਕੁਝ ਓਪਰਾ ਜਿਹਾ ਹਾਸਾ ਹੱਸਦੀ ਹੈ ਤੂੰ। ਦਾਦੀ ਦਾ ਬਸ ਇੰਨਾ ਹੀ ਕਹਿਣਾ ਸੀ। ਨਿਸ਼ਾਂਤਰ ਨੇ ਦਾਦੀ ਨੂੰ ਕੁੱਟ ਕੇ ਜੱਫੀ ਪਾ ਲਈ। ਉਸਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਹਬਕਾਂ ਲੈ ਲੈ ਕੇ ਉਹ ਰੋਣ ਲੱਗੀ। ਦਾਦੀ ਨੇ ਮੰਜੇ ਤੇ ਬੈਠ ਕੇ ਉਸਦਾ ਸਿਰ ਗੋਦੀ ਵਿੱਚ ਰੱਖ ਲਿਆ। ਨਿਸ਼ਾਂਤਰ ਧੀਏ, ਕੁਝ ਤਾਂ ਦੱਸ ਮੈਨੂੰ, ਕੀ ਹੋਇਆ ਤੈਨੂੰ? ਨਿਸ਼ਾਂਤਰ ਕੁਝ ਨਾ ਬੋਲੀ, ਬਸ ਰੋਂਦੀ ਰਹੀ। ਹੌਲੀ ਹੌਲੀ ਘਰ ਵਿੱਚ ਮਾਂ ਪਿਓ, ਛੋਟੀ ਵਿਆਹੀ ਭੈਣ ਤੇ ਨਿੱਕੇ ਭਰਾ ਸਭ ਨੂੰ ਪਤਾ ਲੱਗ ਗਿਆ ਸੀ
कि ਉਹ खुश नहीं। पर क्यों खुश नहीं इस बारे किसी ਨੂੰ कुछ भी पता नहीं सी। हार के दादी बोली, ਧੀਏ मैथों तेरा विरलाप झੱਲਿਆ नहीं जाता, जे कहें तो मैं तेरी विचोली ਨੂੰ फोन करदी ਆਂ। ना दादी किसी ਨੂੰ कुछ भी ना कही, सारा कसूर मेरी अपनी खोटी किस्मत ਦਾ ਹੀ ਆ। ਇਹ ਕਹਿ ਕੇ ਨਿਸ਼ਾਂਤਰ ਨੇ ਹੰਝੂ ਪੂੰਝੇ ਤੇ ਮੰਜੇ ਤੇ ਸਿੱਧੀ ਹੋ ਕੇ ਬੈਠ ਗਈ। ਸਾਰੀ ਰਾਤ ਉਸਨੇ ਬੈਠ ਕੇ ਰੋਂਦਿਆਂ ਹੀ ਕੱਟੀ। ਪਤਾ ਨਹੀਂ ਉਸਨੇ ਆਪਣੇ ਅੰਦਰ ਹੰਝੂਆਂ ਦਾ ਇਹ ਹੜ ਕਿਵੇਂ ਬੰਨਿਆ ਹੋਇਆ ਸੀ ਜੋ ਹੁਣ ਬੇਰੋਕ ਵਗ ਤੁਰਿਆ ਸੀ। ਸਾਰੇ ਹੀ ਡਾਢੇ ਪਰੇਸ਼ਾਨ ਸਨ। ਜਦੋਂ ਰੋ ਰੋ ਕੇ ਨਿਸ਼ਾਂਤਰ ਨੇ ਸਾਰਾ ਗੁਬਾਰ ਕੱਢ ਲਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਪ੍ਰਾਹੁਣੇ ਨੇ ਤਾਂ ਨਿਸ਼ਾਂਤਰ ਨੂੰ ਹੱਥ ਵੀ ਨਹੀਂ ਲਾਇਆ। ਉਹ ਜਿਵੇਂ ਇੱਕ ਵਾਰੀ ਗਈ ਸੀ ਹੁਣ ਵੀ ਉਵੇਂ ਹੀ ਆ। ਇਹਦਾ ਮਤਲਬ ਫਿਰ ਮੁੰਡੇ ਵਿੱਚ ਕੱਝ ਆ। ਇਹੋ ਜਿਹੇ ਨੂੰ ਅਸੀਂ ਕੀ ਕਰਨਾ? ਮੈਂ ਨਹੀਂ ਆਪਣੀ ਪੋਤੀ ਭੇਜਣੀ ਉੱਥੇ। ਦਾਦੀ ਸਲਾਹਾਂ ਕਰਦੇ ਦੂਜੇ ਕਮਰੇ ਵਿੱਚ ਚਲੀ ਗਈ। ਹਾਰ ਕੇ ਵਿਚੋਲਨ ਨੂੰ ਫੋਨ ਕਰਕੇ ਸਾਰੀ ਹਾਲ ਦੁਹਾਈ ਸੁਣਾਈ। ਦੂਜੇ ਦਿਨ ਵਿਚੋਲਨ ਦੌੜੀ ਦੌੜੀ ਉਹਨਾਂ ਦੇ ਘਰ ਨੂੰ ਆਈ। ਹੈ ਭੈਣ, ਜੇ ਏਦਾਂ ਦੀ ਕੋਈ ਗੱਲ ਹੁੰਦੀ ਤਾਂ ਪਤਾ ਲੱਗ ਹੀ ਜਾਂਦਾ। ਸ਼ਾਂਤੇ ਨੂੰ ਗਲਤਫਹਿਮੀ ਹੋ ਗਈ ਆ। ਅਸਲ ਵਿੱਚ ਦੀਵਾਨ ਸਿੰਘ ਸਾਡਾ ਇੰਨੀਆਂ ਭੈਣਾਂ ਦਾ ਭਰਾ ਬਹੁਤ ਹੀ ਸੰਗ ਸ਼ਰਮ ਵਾਲਾ ਭੋਲਾ ਮੁੰਡਾ, ਇਸ ਲਈ ਭਰੇ ਘਰ ਵਿੱਚ ਉਹ ਇਹਦੇ ਕੋਲ ਨਹੀਂ ਗਿਆ। ਪਰ ਭੈਣ ਜੀ, ਏਦਾਂ ਸੰਗ ਸ਼ਰਮ ਨਾਲ ਸਾਰੀ ਉਮਰ ਨਹੀਂ ਕੱਟੀ ਜਾਣੀ। ਮੰਨਿਆ ਮੁੰਡਾ ਸ਼ਰੀਫ ਆ, ਪਰ ਇਹ ਵੀ ਤਾਂ ਸੋਚੇ ਬਈ ਇਸ ਕੁੜੀ ਦਾ ਕੀ ਕਸੂਰ ਜਿਹੜੀ ਆਪਣੇ ਨਾਲ ਵਿਆਹ ਕੇ ਲੈ ਕੇ ਗਿਆ। ਇਸ ਦੇ ਅਰਮਾਨਾਂ ਤੇ ਸੁਪਨਿਆਂ ਦੀ ਵੀ ਕੋਈ ਪਰਵਾਹ ਕਰੇ। ਗੁੱਸੇ ਵਿੱਚ ਆਈ ਮਾਂ ਨੇ ਗੁੱਸਾ ਦੱਬ ਕੇ ਹਲੀਮੀ ਨਾਲ ਜਵਾਬ ਦਿੱਤਾ, ਤੈਨੂੰ ਕੀ ਦੱਸਾਂ ਕੁੜੀਏ, ਅੰਦਰ ਪਿਓ ਇਹਦਾ ਬਹੁਤ ਲੋਹਾ ਲਾਖਾ ਹੋਇਆ ਫਿਰਦਾ। ਕਹਿੰਦਾ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਉਹ ਤਾਂ ਇਹਨੂੰ ਭੇਜਣ ਦੇ ਹੱਕ ਵਿੱਚ ਹੀ ਨਹੀਂ। ਕਹਿੰਦਾ ਸੋਨੇ ਨੂੰ ਅਸੀਂ ਸਿਰ 'ਚ ਮਾਰਨਾ ਜਿਹੜਾ ਕੁੜੀ ਉੱਤੇ ਲੱਦਿਆ ਏ। ਦਾਦੀ ਨੇ ਵੀ ਮਸਲੇ ਨੂੰ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਬੀਜੀ ਤੁਸੀਂ ਕੋਈ ਪਰਵਾਹ ਹੀ ਨਾ ਕਰੋ, ਉਸ ਪਤੰਦਰ ਦੇ ਮੈਂ ਜਾ ਕੇ ਕੰਨ ਖਿੱਚਦੀ ਹਾਂ, ਤੁਸੀਂ ਬੇਫਿਕਰ ਹੋ। ਅਸੀਂ ਧੀ ਆਪਣੀ ਨੂੰ ਵਸਾਉਣ ਦੀਆਂ ਗੱਲਾਂ ਕਰਨੀਆਂ ਨੇ, ਨਾ ਕਿ ਉਜਾੜਨ ਦੀਆਂ। ਉਹਨਾਂ ਨੂੰ ਕਿਸੇ ਤਰ੍ਹਾਂ ਬੜੇ ਯਤਨਾਂ ਨਾਲ ਸਮਝਾ ਬੁਝਾ ਕੇ ਵਿਚੋਲਨ ਮੁੜ ਆਈ। ਹਫ਼ਤੇ ਕੁ ਬਾਅਦ ਦੀਵਾਨ ਸਿੰਘ ਨਿਸ਼ਾਂਤਰ ਨੂੰ ਲੈਣ ਉਹਦੇ ਪੇਕਿਆਂ ਦੇ ਆਇਆ। ਸਹੁਰਿਆਂ ਵੱਲੋਂ ਉਹਦੀ ਚੰਗੀ ਆਓ ਭਗਤ ਕੀਤੀ ਗਈ। ਕਿਸੇ ਨੇ ਵੀ ਕੋਈ ਗਲਤ ਗੱਲ ਨਾ ਕੀਤੀ, ਪਰ ਦਾਦੀ ਨੇ ਉਸਨੂੰ ਬਿਠਾ ਕੇ ਜ਼ਰੂਰ ਸਮਝਾਇਆ, ਦੇਖ ਪੁੱਤ, ਗ੍ਰਹਿਸਥ ਸਭ ਤੋਂ ਵੱਡਾ ਤਪ ਆ। ਇਹ ਤਪ ਸਾਡੇ ਗੁਰੂਆਂ ਨੇ ਵੀ ਕੀਤਾ। ਸੋ ਪਰਮਾਤਮਾ ਤੁਹਾਡੀ ਜੋੜੀ ਬਣਾਈ ਰੱਖੇ। ਖੁਸ਼ੀ ਖੁਸ਼ੀ ਜੀਵਨ ਬਸਰ ਕਰੋ, ਇੱਕ ਦੂਜੇ ਦਾ ਚਾਮਲਾਰ ਤੇ ਖਿਆਲ ਕਰੋ। ਦੀਵਾਨ ਸਿੰਘ ਨੀਵੀਂ ਪਾਈ ਹੁੰਗਾਰਾ ਭਰਦਾ ਰਿਹਾ। ਉਂਝ ਤੇ ਜਦੋਂ ਦਾ ਉਹ ਨਿਸ਼ਾਂਤਰ ਨੂੰ ਲੈਣ ਆਇਆ ਸੀ ਉਦੋਂ ਦਾ ਹੀ ਸਾਰਾ ਟੱਬਰ ਉਸ ਦੀਆਂ ਹਰਕਤਾਂ ਵੱਲ ਧਿਆਨ ਰੱਖ ਰਿਹਾ ਸੀ। ਉਹ ਵਾਕਈ ਬਹੁਤ ਹੀ ਸੰਗਾਊ ਮੁੰਡਾ ਸੀ। ਨਿਸ਼ਾਂਤਰ ਉਸ ਨਾਲ ਸਹੁਰਿਆਂ ਦੇ ਘਰ ਆ ਗਈ। ਸੱਚੀ ਮੁੱਚੀ ਕੁੜੀਆਂ ਦੀਆਂ ਕਈ 100 ਕਿਸਮਤਾਂ ਹੁੰਦੀਆਂ ਨੇ। ਮੇਰੀ ਦਾਦੀ ਠੀਕ ਹੀ ਕਹਿੰਦੀ ਸੀ। ਨਿਸ਼ਾਂਤਰ ਦਾ ਹੁਣ ਪੈਰ ਭਾਰਾ ਸੀ। ਵਿਆਹ ਵਾਲਾ ਚੂੜਾ ਉਸਨੇ ਹਜੇ ਵੀ ਪਾਇਆ ਹੋਇਆ ਸੀ। ਦੀਵਾਨ ਸਿੰਘ ਉਸਨੂੰ ਪਿਆਰ ਤਾਂ ਕਰਦਾ ਸੀ, ਪਰ ਉਹ ਆਪਣੀਆਂ 3 ਭੈਣਾਂ ਤੋਂ ਸੰਗਦਾ 11-12 ਵਜੇ ਤੱਕ ਤਾਂ ਉਹਨਾਂ ਨਾਲ ਗੱਲਾਂ ਹੀ ਕਰਦਾ ਬਿਤਾ ਦਿੰਦਾ। ਫਿਰ ਉਹ ਆਪਣੇ ਕਮਰੇ ਵਿੱਚ ਜਾਂਦਾ। ਨਿਸ਼ਾਂਤਰ ਨੂੰ ਹੁਣ ਸਬਰ ਕਰਨਾ ਆ ਗਿਆ ਸੀ। ਬਸ ਉਹਨੂੰ ਇਸੇ ਗੱਲ ਦੀ ਤਸੱਲੀ ਸੀ ਕਿ ਉਹ ਅਫਸਰ ਦੀ ਘਰ ਵਾਲੀ ਹੈ। ਉਸ ਦੀ ਦੁਬਲੀ ਪਤਲੀ ਚਿੱਟੇ ਵਾਲਾਂ ਵਾਲੀ ਸੱਸ ਅੱਖਾਂ ਮੀਚ-ਮੀਚ ਆਪਣੀ ਚੁਰੜੀਆਂ ਵਾਲੇ ਮੂੰਹ ਨਾਲ ਉਸਨੂੰ ਟੋਕਦੀ ਰਹਿੰਦੀ। ਪਰ ਨਿਸ਼ਾਂਤਰ ਇੱਕ ਸੁਚੱਜੀ ਨੂੰਹ ਵਾਂਗੂ ਤੇ ਆਪਣੀ ਦਾਦੀ ਦੇ ਸਮਝਾਏ ਅਨੁਸਾਰ ਉਸ ਦੇ ਟੋਕਣ ਤੇ ਕੋਈ ਧਿਆਨ ਨਾ ਦਿੰਦੀ। ਉਸ ਦਾ ਘਰ ਵਾਲਾ ਦੀਵਾਨ ਸਿੰਘ ਵੀ ਦਾੜੀ ਨੂੰ ਕਾਲੀ ਕਲਫ ਨਾਲ ਰੰਗਦਾ ਸੀ। ਪਹਿਲਾਂ ਉਸਨੂੰ ਬੁਰਾ ਲੱਗਾ, ਪਰ ਹੁਣ ਉਸਨੇ ਇਸ ਗੱਲ ਦੀ ਪਰਵਾਹ ਕਰਨੀ ਵੀ ਛੱਡ ਦਿੱਤੀ ਸੀ ਕਿ ਉਹਨਾਂ ਦੋਵਾਂ ਦੀ ਉਮਰ ਵਿੱਚ 13-14 ਸਾਲਾਂ ਦਾ ਫਰਕ ਹੈ। ਉਸਨੂੰ ਉਸਦਾ ਪੁਰਾਣੇ ਬਜ਼ੁਰਗਾਂ ਵਰਗਾ ਨਾਂ ਦੀਵਾਨ ਸਿੰਘ ਵੀ ਪਸੰਦ ਨਹੀਂ ਸੀ। ਉਹ ਭਲਾ ਕਿਹੜੀ ਗੱਲ ਆਪਣੇ ਮਨ ਨੂੰ ਲਾਉਂਦੀ। ਉਸਦਾ ਘਰ ਵਾਲਾ ਸੋਮਵਾਰ ਸਵਖਤੇ ਹੀ ਚੰਡੀਗੜ੍ਹ ਨੂੰ ਚਲਾ ਜਾਂਦਾ, ਸ਼ੁੱਕਰਵਾਰ ਸ਼ਾਮ ਨੂੰ ਘਰੇ ਮੁੜ ਕੇ ਆਉਂਦਾ। ਉਸਨੂੰ ਤਾਂ ਹੌਲੀ-ਹੌਲੀ ਇਹ ਵੀ ਪਤਾ ਲੱਗ ਗਿਆ ਸੀ ਕਿ ਇਹ ਕੋਠੀ ਜਿਸ ਵਿੱਚ ਉਹ ਰਹਿੰਦੇ ਹਨ ਕਿਰਾਏ ਦੀ ਹੈ। ਇੱਕ ਦਿਨ ਮਕਾਨ ਮਾਲਕ ਜਦੋਂ ਘਰੇ ਹੀ ਕਿਰਾਇਆ ਲੈਣ ਆ ਗਿਆ ਤਾਂ ਨਿਸ਼ਾਂਤਰ ਵੀ ਉੱਥੇ ਵਿਹੜੇ ਵਿੱਚ ਹੀ ਸੀ। ਉਸਦੇ ਸਿਰ ਉੱਪਰ ਤਾਂ ਜਿਵੇਂ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਉਹ ਮਕਾਨ ਮਾਲਕ ਦੇ ਸਾਹਮਣੇ ਹੀ ਕੜਕ ਕੇ ਆਪਣੀ ਸੱਸ ਨੂੰ ਪੈ ਗਈ। ਹੋਰ ਕਿਹੜਾ ਝੂਠ ਬੋਲਿਆ? ਤੁਸੀਂ ਮੈਨੂੰ ਹੁਣੇ ਹੀ ਦੱਸ ਦੇਵੋ ਤਾਂ ਜੋ ਮੈਂ ਜ਼ਹਿਰ ਖਾ ਕੇ ਮਰ ਜਾਵਾਂ। ਮਕਾਨ ਮਾਲਕ ਤੌਬਾ ਕੈਸੀ ਨੂੰਹ ਰਾਣੀ ਲਿਆਂਦੀ ਬੋਲਦਾ ਹੋਇਆ ਦੌੜ ਗਿਆ।
ਸੱਸ ਤੇ ਸਹੁਰਾ ਅੱਖਾਂ ਮੀਚ ਸਾਰਾ ਦਿਨ ਬੁੜਬੁੜ ਕਰਦੇ ਰਹੇ। ਹੁਣ ਪੂਰੇ ਸ਼ਹਿਰ ਵਿੱਚ ਸਾਡੀ ਬੇਇੱਜ਼ਤੀ ਕਰਾ ਤੂੰ। ਮਕਾਨ ਕਿਰਾਏ ਦਾ ਦੱਸਦੀ ਆ। ਸਾਡਾ ਆਪਣਾ ਮਕਾਨ ਵੀ ਹੈਗਾ ਤੇ ਉਹ ਵੀ ਆਪਣੀ ਜ਼ਮੀਨ ਉੱਪਰ। ਦੀਵਾਨ ਦੀ ਮਾਂ, ਮੈਂ ਤਾਈਓ ਤੈਨੂੰ ਕਹਿੰਦਾ ਸੀ ਕਿ ਪੰਜਾਬ ਦੀ ਛੋਰੀ ਸਾਨੂੰ ਪੁੱਗਣੀ ਨਹੀਂ। ਪੰਜਾਬ ਦੀ ਛੋਰੀ? ਕੀ ਮਤਲਬ ਪੰਜਾਬ ਦੀ ਛੋਰੀ? ਤੁਸੀਂ ਪੰਜਾਬ ਦੇ ਨਹੀਂ? ਨਿਸ਼ਾਂਤਰ ਉੱਤੇ ਇੱਕ ਹੋਰ ਅਸਮਾਨੀ ਬਿਜਲੀ ਡਿੱਗਣ ਵਾਲੀ ਸੀ। ਸਾਨੂੰ ਕੀ ਪੁੱਛਣੀ ਆ? ਤੈਨੂੰ ਨਹੀਂ ਦੱਸਿਆ ਤੇਰੀ ਵਿਚੋਲਨ ਨੇ? ਅਸੀਂ ਤਾਂ ਗਗਰੇਟ ਦੇ ਪੰਜਾਬੀ ਆ, ਹਿਮਾਚਲ ਦੇ। ਪੰਜਾਬ ਤਾਂ ਅਸੀਂ ਬਸ ਉਂਝ ਹੀ ਰਹਿੰਦੇ ਸੀ। ਧੀ ਪੁੱਤਰ ਨੂੰ ਇੱਥੇ ਨੌਕਰੀ ਮਿਲ ਗਈ, ਸੋ ਅਸੀਂ ਵੀ ਇੱਥੇ ਆ ਗਏ। ਸੱਸ ਨੇ ਅਟਕ ਕੇ ਪਰ ਬੜੇ ਮਾਣ ਨਾਲ ਦੱਸਿਆ। ਹਾਏ, ਮੈਨੂੰ ਮੌਤ ਕਿਉਂ ਨਹੀਂ ਆਉਂਦੀ? ਹਾਏ ਵੇ ਮੇਰੀ ਇਹ ਜਨਮ ਦੇਣ ਵਾਲੀ ਇਹ ਮਾਂ, ਤੂੰ ਮੇਰੀ ਕਿਸਮਤ ਵਿੱਚ ਕੋਈ ਚੰਗਾ ਦਿਨ ਵੀ ਲਿਖ ਦਿੰਦੀ। ਨੀ ਹਾਏ। ਨਿਸ਼ਾਂਤਰ ਉੱਠੇ ਹੀ ਹੇਠਾਂ ਫਰਸ਼ ਉੱਤੇ ਬੈਠ ਕੇ ਵਿਰਲਾਪ ਕਰਨ ਲੱਗੀ। ਸੁੱਖ ਬੋਲ ਤੂੰ, ਇਹ ਕੀ ਕਰਨ ਬਹਿ ਗਈ ਮੈਂ ਤੂੰ? ਤੈਨੂੰ ਭਲਾ ਇਸ ਘਰ ਵਿੱਚ ਕਾਹਦਾ ਦੁੱਖ ਵੇ? ਸੱਸ ਤੇ ਸਹੁਰਾ ਦੋਵੇਂ ਉਸ ਦਾ ਦੁੱਖ ਸਮਝਣ ਤੋਂ ਅਸਮਰੱਥ ਸਨ। ਜਦੋਂ ਨਣਾਨਾਂ ਆਪੋ ਆਪਣੇ ਕੰਮਾਂ ਤੋਂ ਘਰ ਨੂੰ ਆਈਆਂ ਤਾਂ ਉਹਨਾਂ ਨੂੰ ਆਪਣੀ ਭਰਜਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਿਸ਼ਾਂਤਰ ਪੱਥਰ ਵਰਗੀ ਹੋਈ ਪਈ ਸੀ। ਇਸ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਦੀਵਾਨ ਘਰ ਆਇਆ ਤਾਂ ਨਿਸ਼ਾਂਤਰ ਨੇ ਉਸ ਨੂੰ ਖੂਬ ਬੋਲ ਕਬੋਲ ਬੋਲਿਆ। ਸੋਮਵਾਰ ਸਵੇਰ ਤੱਕ ਉਹ ਰਹਿ ਕੇ ਦੀਵਾਨ ਨੂੰ ਕੌੜੇ ਵਚਨ ਬੋਲਦੀ ਰਹੀ, ਪਰ ਦੀਵਾਨ ਨੇ ਉਸ ਦੀ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਤੇ ਸੋਮਵਾਰ ਸਵੇਰੇ ਚੁੱਪਚਾਪ ਚੰਡੀਗੜ੍ਹ ਨੂੰ ਚਲਾ ਗਿਆ। ਉਸ ਦੀ ਅਫਸਰ ਨਣਾਨ ਨੇ ਆਪਣੀ ਭਰਜਾਈ ਨੂੰ ਭਰਾ ਦੇ ਜਾਣ ਤੋਂ ਬਾਅਦ ਖੂਬ ਖਰੀਆਂ ਸੁਣਾਈਆਂ। ਇੰਨੀ ਪੜ੍ਹੀ ਲਿਖੀ ਹੋ ਕੇ ਤੂੰ ਅਨਪੜ੍ਹਾਂ ਵਾਂਗੂ ਕਰਦੀ ਐ। ਤੈਨੂੰ ਇੰਨਾ ਤਾਂ ਪਤਾ ਹੈ ਕਿ ਉਹ ਵਿਚਾਰਾ 2-2.5 ਦਿਨ ਸਾਡੇ ਕੋਲ ਆਉਂਦਾ। ਤੂੰ ਜਦੋਂ ਦੀ ਵਿਆਹ ਕੇ ਆਈ ਐ, ਉਹਦਾ ਤੇ ਸਾਡਾ ਸਭ ਦਾ ਜਿਉਣਾ ਹਰਾਮ ਕੀਤਾ ਹੋਇਆ। ਜੇ ਤੈਨੂੰ ਇਸ ਘਰ ਵਿੱਚ ਕੋਈ ਤੰਗੀ ਹੈ ਤਾਂ ਦੱਸ। ਗਹਿਣੇ ਗੱਟੇ, ਕੱਪੜੇ ਲੱਤੇ, ਕਿਸ ਚੀਜ਼ ਦਾ ਘਾਟਾ ਤੈਨੂੰ ਇਸ ਘਰ ਵਿੱਚ? ਖਬਰਦਾਰ ਜੇ ਅੱਜ ਤੋਂ ਘਰ ਦੇ ਕਿਸੇ ਮੈਂਬਰ ਸਾਹਮਣੇ ਬੋਲੀ। ਉਸ ਦਿਨ ਤੋਂ ਘਰ ਦਾ ਪੂਰਾ ਮਾਹੌਲ ਹੀ ਬਦਲ ਗਿਆ। ਨਿਸ਼ਾਂਤਰ ਚੁੱਪਚਾਪ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਤੇ ਸੱਸ ਸਹੁਰਾ ਤੇ ਤਿੰਨੇ ਨਣਾਨਾਂ ਗੱਲਾਂ ਬਾਤਾਂ ਕਰਦੇ ਹੱਸਦੇ ਰਹਿੰਦੇ। ਦੀਵਾਨ ਉਸੇ ਤਰ੍ਹਾਂ ਹਫ਼ਤੇ ਦੇ ਅਖੀਰ ਵਿੱਚ ਆਉਂਦਾ ਤੇ ਚੜ੍ਹਦੇ ਸੋਮਵਾਰ ਨੂੰ ਵਾਪਸ ਚਲਿਆ ਜਾਂਦਾ। ਹੁਣ ਨਿਸ਼ਾਨ ਨੂੰ 5ਵਾਂ ਮਹੀਨਾ ਲੱਗ ਗਿਆ ਸੀ। ਅਫਸਰ ਨਣਾਨ ਨੂੰ ਫਿਕਰ ਜਿਹਾ ਲੱਗਾ ਹੋਇਆ ਸੀ। ਲੱਗਦਾ ਵੀ ਕਿਉਂ ਨਾ। ਵਿਆਹੁਤਾ ਬਹੂਆਂ ਉਦੋਂ ਤੱਕ ਹੀ ਵਿਆਹ ਵਾਲਾ ਚੂੜਾ ਪਾਉਂਦੀਆਂ ਨੇ ਜਦੋਂ ਤੱਕ ਉਹ ਗਰਭਵਤੀ ਨਹੀਂ ਹੁੰਦੀਆਂ। ਕਹਿੰਦੇ ਨੇ ਕਿ ਜਦੋਂ ਕੋਈ ਔਰਤ ਗਰਭ ਧਾਰਦੀ ਹੈ ਤਾਂ ਪਰਮਾਤਮਾ ਉਸ ਨੂੰ ਆਪਣਾ ਰੰਗ ਦੇ ਦਿੰਦਾ ਹੈ, ਸੋ ਗਰਭ ਦੌਰਾਨ ਮਹਿੰਦੀ ਲਾਉਣੀ ਤੇ ਚੂੜਾ ਪਾਉਣਾ ਵਰਜਿਤ ਹੈ। ਹੁਣ ਨਿਸ਼ਾਂਤਰ ਦੇ ਬਾਹੀਂ ਪਾਏ ਲਾਲ ਚੂੜੇ ਨੂੰ ਵਧਾਉਣ ਦਾ ਸਮਾਂ ਲੰਘਦਾ ਜਾ ਰਿਹਾ ਸੀ। ਇਹ ਤਾਂ ਗਰਭ ਦੇ ਪਹਿਲੇ ਦੂਜੇ ਮਹੀਨੇ ਹੀ ਕਰ ਲੈਣਾ ਚਾਹੀਦਾ ਸੀ, ਪਰ ਇਸ ਕੰਮ ਲਈ ਉਹਨਾਂ ਨੂੰ ਹਿਮਾਚਲ ਜਾਣਾ ਪੈਣਾ ਸੀ, ਆਪਣੇ ਜੱਦੀ ਪਿੰਡ। ਉਸਨੇ ਕੋਈ 2 ਕੁ ਦਿਨਾਂ ਦੀ ਛੁੱਟੀ ਲੈ ਲਈ ਬੈਂਕ ਤੋਂ। ਸਾਰੇ ਪਰਿਵਾਰ ਨੇ ਆਪਣੇ ਜੱਦੀ ਪਿੰਡ ਜਾਣ ਦੀ ਤਿਆਰੀ ਖਿੱਚ ਲਈ। ਸ਼ੁੱਕਰਵਾਰ ਨੂੰ ਦੀਵਾਨ ਵੀ ਚੰਡੀਗੜ੍ਹ ਆ ਗਿਆ। ਸ਼ਨੀਵਾਰ ਨੂੰ 2 ਵੱਡੀਆਂ ਕਾਰਾਂ ਕਿਰਾਏ ਤੇ ਕਰਕੇ ਉਹ ਤੁਰ ਪਏ। ਗਗਰੇਟ ਦੇ ਕੋਲ ਇਨ੍ਹਾਂ ਹਰੀਆਂ ਭਰੀਆਂ ਤੇ ਛੋਟੀਆਂ ਪਹਾੜੀਆਂ ਵਿੱਚ ਉਹਨਾਂ ਦਾ ਜੱਦੀ ਪਿੰਡ ਵਸਿਆ ਹੋਇਆ ਸੀ। ਪਿੰਡ ਪਹੁੰਚ ਕੇ ਉਹ ਸਭ ਤੋਂ ਪਹਿਲਾਂ ਦੇਵੀ ਦੇ ਮੰਦਿਰ ਵਿੱਚ ਮੱਥਾ ਟੇਕਣ ਗਈ। ਸੁਨਹਿਰੀ ਗੋਟਿਆਂ ਵਾਲੀ ਝਿਲਮਿਲ ਕਰਦੀ ਲਾਲ ਸੁਰਖ ਚੁੰਨੀ, ਲੱਡੂ, ਪਤਾਸੇ, ਫਲ, ਇਤਰ, ਧੂਫ, ਦੇਸੀ ਘਿਓ, ਪੂੜੀਆਂ, ਹਲਵੇ ਵਾਲੀਆਂ ਤੇ ਨਾਰੀਅਲ, ਕਈ ਕੁਝ ਉਹਨਾਂ ਨੇ ਦੀਵਾਨ ਸਿੰਘ ਤੇ ਨਿਸ਼ਾਂਤਰ ਦੇ ਹੱਥੋਂ ਮੰਦਿਰ ਵਿੱਚ ਅਰਪਣ ਕਰਵਾਇਆ। ਪੂਜਾ ਸੰਪੰਨ ਹੋਈ। ਵਿਆਹ ਵਾਲਾ ਚੂੜਾ ਵਧਾਉਣ ਦੀ ਰਸਮ ਤਾਂ ਅਜੇ ਸੋਮਵਾਰ ਨੂੰ ਹੋਣੀ ਸੀ। ਉਸ ਲਈ ਦੀਵਾਨ ਸਿੰਘ ਦਾ ਇੱਥੇ ਰਹਿਣਾ ਜ਼ਰੂਰੀ ਨਹੀਂ ਸੀ। ਛੋਟੇ ਜਿਹੇ ਪਿੰਡਾਂ ਦੇ ਲੋਕਾਂ ਵਿੱਚ ਦੀਵਾਨ ਸਿੰਘ ਦੀ ਬਹੂ ਨੂੰ ਦੇਖਣ ਦਾ ਬਹੁਤ ਚਾਅ ਸੀ। ਉਹ ਮੰਦਿਰ ਦੇ ਆਲੇ ਦੁਆਲੇ ਕਿਸੇ ਨਾ ਕਿਸੇ ਬਹਾਨੇ ਘੁੰਮ ਰਹੇ ਸਨ। ਮੰਦਿਰ ਤੋਂ ਬਾਹਰ ਆ ਕੇ ਦੀਵਾਨ ਸਿੰਘ ਨੇ ਵਾਪਸ ਜਾਣ ਦੀ ਗੱਲ ਕਹੀ। ਉਸ ਨੂੰ ਕੋਈ ਜ਼ਰੂਰੀ ਕੰਮ ਸੀ ਚੰਡੀਗੜ੍ਹ, ਇਸ ਲਈ ਉਹ ਵਾਪਸ ਜਾਣ ਲਈ ਕਾਹਲਾ ਸੀ। ਸੱਸ ਸਹੁਰੇ ਤੇ ਨਣਾਨਾਂ ਨੂੰ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਦਿਆਂ ਦੇਖ ਨਿਸ਼ਾਂਤਰ ਨੂੰ ਮੌਕਾ ਮਿਲ ਗਿਆ। ਉਹ ਬੂਟਾਂ ਦੇ ਤਸਮੇ ਬੰਨ੍ਹਦੇ ਪਤੀ ਕੋਲ ਆ ਗਈ। ਰੁਕ ਜਾਓ ਇੱਥੇ ਮੇਰੇ ਨਾਲ ਜੀ, ਮੇਰਾ ਤੁਹਾਡੇ ਤੋਂ ਬਗੈਰ ਜੀ ਨਹੀਂ ਲੱਗਣਾ। ਨਿਸ਼ਾਂਤਰ ਨੇ ਕਈ ਦਿਨਾਂ ਤੋਂ ਬੁਝੇ ਪਤੀ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਨਿਸ਼ਾਂਤਰ, ਮੇਰੇ ਕੁਝ ਬਹੁਤ ਹੀ ਜ਼ਰੂਰੀ ਕੰਮ ਨੇ ਕਰਨ ਵਾਲੇ। ਅਸੀਂ ਫੇਰ ਕਿਤੇ ਆਵਾਂਗੇ ਦੋਵੇਂ ਜਾਣੇ, ਇਕੱਲੇ, ਕਹਿ ਕੇ ਦੀਵਾਨ ਉਸ ਵੱਲ ਦੇਖ ਕੇ ਮੁਸਕਰਾ ਪਿਆ। ਉਸਦੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਤੇ ਸ਼ਰਾਰਤ ਦੇਖ ਕੇ
ਉਹ ਰੋਮਾਂਚ ਨਾਲ ਭਰ ਗਈ। ਉਸਦਾ ਦਿਲ ਕੀਤਾ ਕਿ ਉਹ ਘੁੱਟ ਕੇ ਆਪਣੇ ਪਤੀ ਦੀ ਬਾਂਹ ਨੂੰ ਆਪਣੀਆਂ ਬਾਹਾਂ ਵਿੱਚ ਵਲੇਟ ਲਵੇ, ਪਰ ਦੀਵਾਨ ਸਿੰਘ ਨਾਲ ਉਸਦਾ ਇਕਹਿਰੀ ਹੱਡੀ ਵਾਲਾ ਪਿਓ ਤੇ ਅਫਸਰ ਭੈਣ ਵੀ ਵਾਪਸ ਚਲੇ ਗਏ। ਦੂਜੀ ਕਾਰ ਵੀ ਉਹਨਾਂ ਦੇ ਨਾਲ ਹੀ ਵਾਪਸ ਚਲੀ ਗਈ। ਮੰਦਰ ਤੋਂ ਥੋੜੀ ਦੂਰ ਹੀ ਪਿੰਡ ਦੇ ਬਾਹਰ ਵੱਲ ਨੂੰ ਨਿਸ਼ਾਂਤਰ ਦੇ ਸਹੁਰਿਆਂ ਦਾ ਘਰ ਸੀ, ਸੋ ਸਾਰੇ ਪੈਦਲ ਹੀ ਚੱਲ ਪਏ। ਕੰਡੀ ਦੇ ਚੋਆਂ ਦੀ ਜੰਪਲ ਨਿਸ਼ਾਂਤਰ ਮਸਾਂ ਹੀ ਸ਼ਹਿਰ ਦੇ ਘੁਟਨ ਭਰੇ ਮਾਹੌਲ ਵਿੱਚੋਂ ਨਿਕਲ ਕੇ ਖੁੱਲੀਆਂ ਵਾਦੀਆਂ ਵਿੱਚ ਆਈ ਸੀ। ਆਪਣੇ ਸਹੁਰਿਆਂ ਦੇ ਘਰ ਵੱਲ ਨੂੰ ਜਾਂਦੇ ਪਹਾੜੀ ਰਸਤੇ ਤੇ ਉਹ ਕਿਸੇ ਤਿਤਲੀ ਵਾਂਗੂ ਇੱਧਰ ਉੱਧਰ ਉੱਡਦੀ ਜਾ ਰਹੀ ਸੀ। ਚੜ੍ਹਦੇ ਦਿਨ ਦੀ ਮੱਠੀ ਮੱਠੀ ਧੁੱਪ ਵਿੱਚ ਇਹ ਪਹਾੜੀਆਂ ਕਿਸੇ ਸੋਹਣੇ ਸਵਰਗ ਦਾ ਭੁਲੇਖਾ ਪਾ ਰਹੀਆਂ ਸਨ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਆਪਣੀ ਮਸਤੀ ਵਿੱਚ ਤੁਰੀ ਜਾਂਦੀ ਨਿਸ਼ਾਂਤਰ ਕਦੇ-ਕਦੇ ਰੁਕ ਕੇ ਆਪਣੀਆਂ ਬਾਹਾਂ ਅਸਮਾਨ ਵੱਲ ਉਲਾਰ ਲੈਂਦੀ, ਇੱਕ ਲੰਮਾ ਤੇ ਗਹਿਰਾ ਸਾਹ ਲੈਂਦੀ, ਮੁਸਕਰਾਉਂਦੀ ਤੇ ਫਿਰ ਅੱਗੇ ਨੂੰ ਤੁਰ ਪੈਂਦੀ। ਉਸਦੀ ਚਿੱਟੇ ਵਾਲਾਂ ਵਾਲੀ ਸੱਸ ਅੱਖਾਂ ਮੀਚ-ਮੀਚ ਉਸਨੂੰ ਟੋਕ ਰਹੀ ਸੀ। ਕੁੜੇ ਬਹੂ, ਹੌਲੀ ਤੁਰ, ਵੇਖੀ ਕਿਤੇ ਡਿੱਗ ਨਾ ਜਾਵੀਂ। ਗਰਭ ਹੋਵੇ ਤਾਂ ਹੌਲੀ-ਹੌਲੀ ਪੋਲੇ ਪੈਰੀ ਤੁਰੀਦਾ। ਅਸਲ ਵਿੱਚ ਉਹ ਨਾਲ ਤੁਰੀਆਂ ਪਿੰਡ ਦੀਆਂ ਔਰਤਾਂ ਨੂੰ ਜਤਾ ਰਹੀ ਸੀ ਕਿ ਉਹਨਾਂ ਨੇ ਆਪਣੀ ਬਹੂ ਨੂੰ ਕਿੰਨੇ ਪਿਆਰ ਨਾਲ ਰੱਖਿਆ ਹੋਇਆ, ਪਰ ਨਿਸ਼ਾਂਤਰ ਨੂੰ ਉਹਦੇ ਰੋਕਣ ਟੋਕਣ ਦੀ ਕੋਈ ਪਰਵਾਹ ਨਹੀਂ ਸੀ। ਉਸ ਦੀਆਂ ਦੂਸਰੀਆਂ ਦੋ ਨਨਾਣਾਂ ਨਾਲ ਵੀ ਉਸਦੀ ਕੋਈ ਬਹੁਤੀ ਨਹੀਂ ਸੀ ਬਣਦੀ, ਸੋ ਉਹ ਦੋਵੇਂ ਵੀ ਉਸ ਤੋਂ ਅਲੱਗ ਆਪਣੀਆਂ ਗੱਲਾਂ ਕਰਦੀਆਂ ਤੁਰੀਆਂ ਹੋਈਆਂ ਸਨ। ਕਈ ਤਰ੍ਹਾਂ ਦੇ ਸੁੰਦਰ ਪੰਛੀ ਅਸਮਾਨ ਵਿੱਚ ਉੱਡ ਰਹੇ ਸਨ। ਠੰਡੀ ਹਵਾ ਵਗ ਰਹੀ ਸੀ ਤੇ ਨਿਸ਼ਾਂਤਰ ਦੀ ਸੂਹੀ ਚੁੰਨੀ ਵੀ ਹਵਾ ਨਾਲ ਲਹਿਰਾ ਰਹੀ ਸੀ। ਉਸਨੇ ਆਪਣੇ ਵਾਲਾਂ ਦਾ ਜੂੜਾ ਖੋਲ ਕੇ ਲੰਬੇ ਘੁੰਗਰਾਲੇ ਵਾਲ ਖੁੱਲੇ ਛੱਡ ਲਏ। ਮੱਥੇ ਤੇ ਵਾਲਾਂ ਵਿੱਚ ਠੰਡੀ ਹਵਾ ਦੀ ਛੂਹ ਨਾਲ ਉਸਦੀ ਤਪਦੀ ਹੋਈ ਰੂਹ ਨੂੰ ਠੰਡ ਪੈਣ ਲੱਗੀ। ਦੀਵਾਨ ਨੂੰ ਕਹਾਂਗੀ ਕਿ ਅੱਗੇ ਤੋਂ ਹਰ ਹਫ਼ਤੇ ਦਾ ਅਖੀਰ ਇੱਥੇ ਇਨ੍ਹਾਂ ਸੋਹਣੀਆਂ ਪਹਾੜੀਆਂ ਵਿੱਚ ਆਪਣੇ ਸੋਹਣੇ ਘਰ ਵਿੱਚ ਹੀ ਕੱਟਿਆ ਕਰਾਂਗੇ। ਨਿਸ਼ਾਂਤਰ ਨੇ ਇੱਕ ਸੋਹਣਾ ਜਿਹਾ ਸੁਪਨਾ ਸਿਰਜ ਲਿਆ। ਹੋਰ ਕੀ, ਇਹ ਕਿਹੜਾ ਕੋਈ ਸ਼ਹਿਰ ਤੋਂ ਦੂਰ ਹੈ, ਕੋਈ 1.5-2 ਘੰਟੇ ਲੱਗਦੇ ਨੇ ਇੱਥੇ ਆਉਣ ਨੂੰ। ਆਪਣੇ ਮਨ ਵਿੱਚ ਇਹ ਗੱਲ ਉਸਨੇ ਇੰਜ ਕਹੀ ਜਿਵੇਂ ਦੀਵਾਨ ਉਹਦੇ ਨਾਲ ਨਾਲ ਹੀ ਤੁਰਿਆ ਹੋਵੇ। ਫਿਰ ਉਹ ਸੰਗਦੀ ਹੋਈ ਆਪੇ ਮੁਸਕਰਾਉਣ ਲੱਗੀ। ਲੈ ਆ ਗਿਆ ਆਪਣਾ ਘਰ, ਉਸਦੀ ਸੱਸ ਪਿੱਛੋਂ ਜ਼ੋਰ ਨਾਲ ਬੋਲੀ। ਕੁੜੇ ਬਹੂ, ਆਪਣੇ ਵਾਲ ਬੰਨ੍ਹ ਲੈ। ਨਿਸ਼ਾਂਤਰ ਨੇ ਉਤਸੁਕਤਾ ਨਾਲ ਆਲੇ ਦੁਆਲੇ ਸਿਰ ਘੁਮਾ ਕੇ ਦੇਖਿਆ। ਪਿੰਡ ਦੇ ਬਾਹਰ ਵੱਲ ਨੂੰ 3 ਛਪਰੇ ਜਿਹੇ ਪਏ ਸਨ ਸਰਕੰਡਿਆਂ ਦੇ। ਦੂਜੇ ਪਾਸੇ ਦੂਰ ਦੂਰ ਤੱਕ ਛੋਟੀਆਂ-ਛੋਟੀਆਂ ਤੇ ਹਰੀਆਂ ਭਰੀਆਂ ਪਹਾੜੀਆਂ ਸਨ। ਮੰਮੀ, ਕਿੱਥੇ ਆ ਆਪਣਾ ਘਰ? ਉਹ ਆਪਣੀ ਹੱਦੋਂ ਵੱਧ ਬੁੱਢੀ ਸੱਸ ਨੂੰ ਮੰਮੀ ਹੀ ਕਹਿੰਦੀ ਸੀ। ਮਾਂ ਕਹਿਣਾ ਉਸਨੂੰ ਚੰਗਾ ਨਹੀਂ ਲੱਗਦਾ ਸੀ। ਭਾਬੀ, ਆਹ ਵੇਖ ਤੇ, ਤੈਨੂੰ ਨਜ਼ਰ ਨਹੀਂ ਆ ਰਿਹਾ ਆਪਣਾ ਘਰ? ਕਹਿ ਕੇ ਛੋਟੀ ਨਣਦ ਨੇ ਇੱਕ ਦੂਜੇ ਤੋਂ ਕੁਝ ਫਾਸਲੇ ਤੇ ਬਣੇ ਛੱਪਰਾਂ ਵੱਲ ਇਸ਼ਾਰਾ ਕੀਤਾ। ਆਹ ਛੱਪਰੇ, ਇਹਨਾਂ ਨੂੰ ਤੁਸੀਂ ਘਰ ਕਹਿੰਦੇ ਹੋ? ਸਾਡੇ ਪੰਜਾਬ ਵਿੱਚ ਤਾਂ ਲੋਕੀ ਆਪਣੇ ਪਸ਼ੂਆਂ ਲਈ ਵੀ ਅੱਜ ਕੱਲ੍ਹ ਇਹ ਨਹੀਂ ਪਾਉਂਦੇ, ਬਲਕਿ ਸੀਮੈਂਟ ਦੀਆਂ ਟੀਨਾਂ ਪਾਉਂਦੇ ਨੇ। ਭਾਬੀ, ਹਰ ਗੱਲ ਤੇ ਖਲਾਰਾ ਨਹੀਂ ਪਾਈਦਾ। ਇਹਦੇ ਵਿੱਚ ਖਲਾਰਾ ਪਾਉਣ ਵਾਲੀ ਕਿਹੜੀ ਗੱਲ ਹੈ? ਤੁਹਾਡੀ ਅਫਸਰ ਭੈਣ ਤੇ ਅਫਸਰ ਭਰਾ ਨੂੰ ਅਜੇ ਤੱਕ ਇੱਥੇ ਘਰ ਬਣਾਉਂਦੀ ਨਹੀਂ ਸੁੱਝੀ? ਕੁੜੇ ਬਹੂ, ਲੋਕਾਂ ਦੀ ਲਾਜ ਕਰ ਲੈ। ਸਾਡੇ ਇੱਧਰ ਧੀਆਂ ਧਿਆਣੀਆਂ ਇੰਜ ਨਹੀਂ ਬੋਲਦੀਆਂ। ਸੱਸ ਦੀ ਟੋਕਾ ਟਾਕੀ ਜਾ ਰਹੀ ਸੀ। ਨਾਲ ਤੁਰੀਆਂ ਪਿੰਡ ਦੀਆਂ ਔਰਤਾਂ ਉਸ ਵੱਲ ਬਿਟਰ ਬਿਟਰ ਦੇਖ ਰਹੀਆਂ ਸਨ। ਇੱਕ ਛਪਰੇ ਨੂੰ ਸਰਕੰਡਿਆਂ ਨਾਲ ਹੀ ਆਲੇ ਦੁਆਲਿਓਂ ਕੱਜ ਕੇ ਚੌਂਪੜੀ ਨੂੰਮਾਂ ਬਣਾਇਆ ਹੋਇਆ ਸੀ ਤੇ ਦੂਜੇ 2 ਛਪਰਿਆਂ ਦੇ ਹੇਠਾਂ ਲੱਕੜਾਂ ਦੇ ਥੰਮ ਖੜੇ ਕਰਕੇ ਖੁੱਲ੍ਹਾ ਛੱਡਿਆ ਹੋਇਆ ਸੀ। ਨਾਲ ਹੀ ਪਾਣੀ ਦੀ ਪਾਲ ਸੀ। ਸਰਕੰਡਿਆਂ ਨਾਲ ਬਣੇ ਇਸ ਘਰ ਨੂੰ ਵੇਖ ਕੇ ਨਿਸ਼ਾਂਤਰ ਲਹੂ ਦੇ ਘੁੱਟ ਭਰ ਕੇ ਰਹਿ ਗਈ। ਪਰੀ ਪੀਤੀ ਉਹ ਪਾਲ ਕੋਲ ਜਾ ਬੈਠੀ। ਦਾਦੀ ਤਾਂ ਕਹਿੰਦੇ ਸੀ ਕਿ ਕੁੜੀਆਂ ਦੀਆਂ ਤਾਂ ਕਈ 100 ਕਿਸਮਤਾਂ ਹੁੰਦੀਆਂ ਨੇ, ਸਵਾਹ ਹੁੰਦੀਆਂ ਨੇ ਕਈ ਕਿਸਮਤਾਂ। ਕੀ ਕਰਾਂ ਹੁਣ? ਮੇਰੇ ਮਾਪਿਆਂ ਨੂੰ ਤਾਂ ਪਤਾ ਵੀ ਨਹੀਂ ਕਿ ਉਹਨਾਂ ਨੇ ਆਪਣੀ ਧੀ ਕਿਹੋ ਜਿਹੇ ਫਕੀਰਾਂ ਦੇ ਵਿਆਹ ਦਿੱਤੀ। ਹੋਰ ਉਹ ਗਹਿਰੀਆਂ ਸੋਚਾਂ ਵਿੱਚ ਉਤਰ ਗਈ। ਭਾਬੀ, ਇੱਥੇ ਨਹੀਂ ਬਹਿਣਾ, ਆ ਤੈਨੂੰ ਘਰ ਦੇ ਅੰਦਰ ਲੈ ਕੇ ਚੱਲੀਏ। ਛੋਟੀਆਂ ਨਣਾਨਾਂ, ਨਾ ਛੋਟੀਆਂ ਕਾਹਨੂੰ, ਉਮਰ ਵਿੱਚ ਤਾਂ ਉਹਦੇ ਤੋਂ ਵੱਡੀਆਂ ਹੀ ਸਨ। ਗਮ ਨਾਲ ਨਟਾਲ ਹੋਈ ਨਿਸ਼ਾਂਤਰ ਨੂੰ ਦੋਵੇਂ ਪਾਸਿਓਂ ਫੜ ਕੇ ਝੌਂਪੜੀ ਨੂੰਮਾਂ ਛਪਰੇ ਵੱਲ ਲੈ ਗਈਆਂ। ਸੱਸ ਨੇ ਬੂਹੇ ਦੇ ਦੋਹੀਂ ਪਾਸੇ ਤੇਲ ਚੋਇਆ। ਪਿੰਡ ਦੀਆਂ ਔਰਤਾਂ ਜੋ ਮੰਦਰ ਤੋਂ ਉਹਨਾਂ ਨਾਲ ਹੀ ਘਰ ਨੂੰ ਆਈਆਂ ਸਨ, ਉਹਨਾਂ ਨੇ 2 ਕੁ ਰਸਮੀ ਗੀਤ ਗਾਏ। ਅੰਦਰ ਕੋਈ ਬਹੁਤੀ ਲੋਅ ਨਹੀਂ ਸੀ, ਪਰ ਨਿਸ਼ਾਂਤਰ ਨੂੰ ਸਭ ਕੁਝ ਸਾਫ਼-ਸਾਫ਼ ਦਿਖ ਰਿਹਾ ਸੀ।
ਉਸਨੂੰ ਸਾਫ਼-ਸਾਫ਼ ਦਿਖ ਰਿਹਾ ਸੀ ਆਪਣੀ ਤਬਾਹ ਹੋਈ ਜ਼ਿੰਦਗੀ ਦਾ ਮੰਜ਼ਰ ਤੇ ਹਨੇਰਾ ਭਵਿੱਖ। ਉਸਨੂੰ ਦੌਰਾ ਜਿਹਾ ਪਿਆ। ਹਾਏ ਵੇ ਬਾਬਲਾ, ਧੀ ਲੁੱਟੀ ਗਈ ਵੇ ਤੇਰੀ। ਨਿਸ਼ਾਂਤਰ, ਉਸਨੇ ਦੁਹੱਥੜਾ ਪੱਟਾਂ ਤੇ ਮਾਰਿਆ ਤੇ ਹੇਠਾਂ ਗੋਹੇ ਮਿੱਟੀ ਨਾਲ ਲਿਪੇ ਹੋਏ ਵਿਹੜੇ ਤੇ ਡਿੱਗ ਪਈ। ਕੀ ਹੋਇਆ ਬਹੂ ਨੂੰ? ਕਹਿੰਦੀਆਂ ਹੋਈਆਂ ਪਿੰਡ ਦੀਆਂ ਜਨਾਨੀਆਂ ਨਿਸ਼ਾਂਤਰ ਵੱਲ ਦੌੜੀਆਂ। ਉਹਨਾਂ ਨੇ ਉਸਨੂੰ ਚੁੱਕ ਕੇ ਲੱਕੜ ਦੇ ਪੁਰਾਣੇ ਥੰਮ ਦੇ ਸਹਾਰੇ ਬਿਠਾਇਆ, ਪਾਣੀ ਪਿਲਾਇਆ ਤੇ ਪੱਲੇ ਨਾਲ ਹਵਾ ਚੱਲਣ ਲੱਗੀਆਂ। ਨਿਸ਼ਾਂਤਰ ਬੇਹੋਸ਼ ਜਿਹੀ ਹੋ ਗਈ ਜਾਪਦੀ ਸੀ। ਨੀ ਭੈਣਾ, ਬਹੂ ਨੂੰ ਕੀ ਹੋ ਗਿਆ ਇੱਕਦਮ? ਮੰਦਰ ਤੋਂ ਇੱਥੇ ਤੱਕ ਤਾਂ ਨੱਚਦੀ ਟੱਪਦੀ ਆਈ ਏ। ਕੀ ਦੱਸਾਂ, ਮੈਂ ਤਾਂ ਜਦੋਂ ਦੀ ਵਿਆਹ ਕੇ ਘਰੇ ਲਿਆਂਦੀ ਏ ਬਹੁਤ ਹੀ ਦੁਖੀ ਆਂ। ਇਸ ਵਿਚਾਰੀ ਨੂੰ ਤਾਂ ਦੌਰੇ ਪੈਂਦੇ ਨੇ। ਹੁਣ ਸੁੱਖ ਨਾਲ ਕੁੱਖ ਵੀ ਹਰੀ ਹੋ ਗਈ ਏ ਦਾਤੇ ਦੀ ਕਿਰਪਾ ਨਾਲ। ਅਸੀਂ ਤਾਂ ਨਾ ਇਸ ਬਗਾਨੀ ਧੀ ਨੂੰ ਛੱਡਣ ਜੋਗੇ ਰਹੇ ਤੇ ਨਾ ਹੀ ਰੱਖਣ ਜੋਗੇ। ਕੀ ਕਰੀਏ, ਕਿਹਨੂੰ ਦਸੀਏ? ਪੱਲਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਏ। ਹਾਈ ਨੀ ਤੇਰਾ ਅਫਸਰ ਪੁੱਤ, ਜਨਾਨੀਆਂ ਨੇ ਅਫਸੋਸ ਜ਼ਾਹਰ ਕੀਤਾ। ਬੇਹੋਸ਼ੀ ਦੇ ਆਲਮ ਵਿੱਚ ਪਈ ਨਿਸ਼ਾਂਤਰ ਨੂੰ ਇਹ ਸਾਰੀ ਗੱਲਬਾਤ ਸੁਣ ਰਹੀ ਸੀ। ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਸੂਰਜ ਢਲ ਰਿਹਾ ਸੀ। ਮੰਜੇ ਤੇ ਸੁੰਗੜ ਕੇ ਪਈ ਨਿਸ਼ਾਂਤਰ ਦੇ ਕੰਨਾਂ ਵਿੱਚ ਘੰਟੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਆਪਣੀਆਂ ਸੋਚਾਂ ਦੀ ਖਾਈ ਤੋਂ ਉੱਭਰ ਕੇ ਛਪਰੇ ਦੀ ਤਾਕੀ ਵਿੱਚੋਂ ਬਾਹਰ ਝਾਕਿਆ। ਕਿੰਨੇ ਸਾਰੇ ਡੰਗਰ ਧੂੜ ਉਡਾਉਂਦੇ ਉਹਨਾਂ ਦੇ ਛਪਰੇ ਵੱਲ ਨੂੰ ਤੁਰੇ ਆ ਰਹੇ ਸਨ। ਕੋਈ 8-10 ਮੱਝਾਂ ਤੇ 5 ਕੁ ਗਾਵਾਂ ਸਨ। ਉਹਨਾਂ ਨੂੰ ਹੱਕਣ ਵਾਲੀਆਂ 4 ਕੁੜੀਆਂ ਇੱਧਰ-ਉੱਧਰ ਦੌੜ ਕੇ ਉਹਨਾਂ ਨੂੰ ਕਾਬੂ ਕਰ ਰਹੀਆਂ ਸਨ। ਕੁਝ ਹੀ ਮਿੰਟਾਂ ਵਿੱਚ ਮੱਝਾਂ ਤੇ ਗਾਵਾਂ ਦੋਵੇਂ ਆਪਣੇ-ਆਪਣੇ ਉਹਨਾਂ ਛੱਪਰਾਂ ਹੇਠਾਂ ਜਾ ਖੜੀਆਂ। ਕੁੜੀਆਂ ਨੇ ਪਾਣੀ ਦੀ ਪਾਲ ਤੋਂ ਪਸ਼ੂਆਂ ਨੂੰ ਪਾਣੀ ਪਿਆਇਆ, ਆਪਣਾ ਮੂੰਹ ਹੱਥ ਧੋਤਾ, ਕੱਪੜੇ ਬਦਲੇ ਤੇ ਫਿਰ ਚਾਹ ਨਾਲ ਨੱਠਦੀਆਂ ਹੋਈਆਂ ਛਪਰੇ ਦੇ ਅੰਦਰ ਆਈਆਂ। ਉਹਨਾਂ ਉਸਦੀ ਸੱਸ ਤੇ ਨਨਾਣਾ ਨੂੰ ਘੁੱਟ-ਘੁੱਟ ਜੱਫੀਆਂ ਪਾਈਆਂ। ਫਿਰ ਦੌੜ ਕੇ ਉਹਦੇ ਵੱਲ ਆਈਆਂ ਤੇ ਪਾਬੋ-ਪਾਬੋ ਕਹਿੰਦੀਆਂ ਉਹਨੂੰ ਚਿੰਬੜ ਗਈਆਂ। ਉਹ ਚਾਰੇ ਕੁੜੀਆਂ ਬਹੁਤ ਹੀ ਖੁਸ਼ ਸਨ। ਇਹਨਾਂ ਦੀ ਉਮਰ ਵੀ ਕੋਈ 24 ਕੁ ਸਾਲ ਤੋਂ ਲੈ ਕੇ 18 ਕੁ ਸਾਲ ਦੇ ਵਿਚਕਾਰਲੀ ਸੀ। ਹੌਲੀ-ਹੌਲੀ ਹਨੇਰਾ ਘਿਰਨ ਲੱਗਿਆ ਤਾਂ ਉਹਨਾਂ ਫਟਾਫਟ ਚੁੱਲ੍ਹੇ ਬਾਲ ਰੋਟੀਆਂ ਸਬਜ਼ੀਆਂ ਬਣਾਈਆਂ। ਨਿਸ਼ਾਂਤਰ ਮੂਹਰੇ ਵੀ ਥਾਲੀ ਪਰੋਸ ਦਿੱਤੀ। ਨਿਸ਼ਾਂਤਰ ਸਵੇਰ ਦੀ ਹੀ ਰੋ-ਰੋ ਕੇ ਬੇਹਾਲ ਹੋਈ ਪਈ ਸੀ। ਉਸਨੂੰ ਭੁੱਖ ਵੀ ਜ਼ੋਰਾਂ ਦੀ ਲੱਗੀ ਹੋਈ ਸੀ, ਸੋ ਉਸਨੇ ਰੋਟੀ ਸਬਜ਼ੀ ਖਾ ਲਈ। ਰੋਟੀ ਤੋਂ ਬਾਅਦ ਉਹ ਭੱਜ-ਭੱਜ ਕੇ ਵਿਛਾਉਣੇ ਵਿਛਾਉਣ ਲੱਗੀਆਂ। ਇਹ ਸਾਰੇ ਕੰਮ ਕਰਦੀਆਂ ਉਹ ਖੂਬ ਗੱਲਾਂ ਕਰ ਰਹੀਆਂ ਸਨ ਤੇ ਵਿੱਚ ਵਿਚਾਲੇ ਹਾਸੇ ਵੀ ਪਾ ਰਹੀਆਂ ਸਨ। ਛਪਰੀ ਵਿੱਚ ਰੌਣਕਾਂ ਲੱਗ ਗਈਆਂ ਸਨ। ਬਹੁਤ ਆਪਣਾਪਨ ਝਲਕਦਾ ਸੀ ਉਹਨਾਂ ਵਿੱਚੋਂ। ਸੌਣ ਦੀ ਤਿਆਰੀ ਹੋਣ ਲੱਗੀ ਤਾਂ ਨਿਸ਼ਾਂਤਰ ਨੇ ਪੁੱਛਿਆ, ਕੀ ਇਹ ਕੁੜੀਆਂ ਵੀ ਇੱਥੇ ਹੀ ਸੌਣਗੀਆਂ? ਹੋਰ ਇਹ ਕਿੱਥੇ ਜਾਣਗੀਆਂ ਵਿਚਾਰੀਆਂ? ਉਸਦੀ ਸੱਸ ਨੇ ਜਵਾਬ ਦਿੱਤਾ, ਆਪਣੇ ਘਰ ਨੂੰ ਜਾਣ, ਹੋਰ ਕਿੱਥੇ? ਇੰਨੀ ਰਾਤ ਹੋ ਗਈ, ਇਹਨਾਂ ਦੇ ਮਾਂ-ਬਾਪ ਇਹਨਾਂ ਨੂੰ ਖਿਜਣਗੇ ਨਹੀਂ? ਨਿਸ਼ਾਂਤਰ ਨੇ ਹੈਰਾਨੀ ਨਾਲ ਪੁੱਛਿਆ, ਇਹ ਵਿਚਾਰੀਆਂ ਕੁੜੀਆਂ ਕਿਉਂ ਕਿਸੇ ਦੇ ਘਰ ਜਾਣਗੀਆਂ? ਇਹ ਇਹਨਾਂ ਦਾ ਹੀ ਘਰ ਆ, ਇੱਥੇ ਹੀ ਰਹਿਣਗੀਆਂ। ਨਿਸ਼ਾਂਤਰ ਗੱਲ ਨੂੰ ਸਮਝ ਨਾ ਸਕੀ। ਕੁੜੇ ਬਹੂ, ਇਹ ਤੇਰੀਆਂ ਆਪਣੀਆਂ ਹੀ ਨਨਾਨਾਂ ਨੇ। ਚਲੋ ਕੁੜੀਓ, ਬਥੇਰੀ ਹੈੜ-ਹੈੜ ਕਰ ਲਈ, ਸੌਂ ਜਾਓ ਹੁਣ। ਇਹ ਗੱਲ ਸੁਣ ਕੇ ਨਿਸ਼ਾਂਤਰ ਦੇ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਸੀ। 3 ਤੇ 4, 7 ਨਨਾਨਾਂ। ਅੰਦਰੂਨੀ ਤੌਰ ਤੇ ਤਾਂ ਨਿਸ਼ਾਂਤਰ ਲਗਭਗ ਹਿੱਲ ਹੀ ਗਈ, ਪਰ ਬਾਹਰੀ ਤੌਰ ਤੇ ਵੀ ਉਸਨੇ ਕੋਈ ਵੀ ਹੈਰਾਨੀ ਜ਼ਾਹਰ ਨਾ ਕੀਤੀ ਤੇ ਆਪਣੇ ਆਪ ਨੂੰ ਸੰਭਾਲੀ ਰੱਖਿਆ। ਪਰ ਆਪਣੀ ਸੱਸ ਨੂੰ ਇਹ ਜ਼ਰੂਰ ਕਹਿ ਦਿੱਤਾ, ਪਤਾ ਨਹੀਂ ਕਿੱਥੇ ਬੈਠ ਹੋਏ ਇਹ ਮੂਰਤਾਂ ਘੜਦੀ ਰਹੀ, ਇੱਕ ਤੋਂ ਬਾਅਦ ਇੱਕ। ਜਾਨ ਤਾਂ ਤੇਰੇ ਵਿੱਚ ਚਿੜੀ ਜਿੰਨੀ ਵੀ ਨਹੀਂ, ਪਰ ਇਹ ਲੀੜ ਕਤੀੜ ਤੂੰ 1 ਦਰਜਨ ਤਿਆਰ ਕਰ ਲਈ। ਨਿਸ਼ਾਂਤਰ ਨੇ ਵੀ ਹੁਣ ਦੋਗਲੇ ਸਹੁਰਿਆਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਸੀ। ਸੱਸ ਗੁੱਸੇ ਨਾਲ ਦੇਖੀ, ਚੱਲ ਬੇਸ਼ਰਮ, ਸੱਸਾਂ ਨਾਲ ਬਹੂਆਂ ਇਹੋ ਜਿਹੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ? ਨਿਸ਼ਾਂਤਰ ਨੇ ਉਲਟ ਕੇ ਜਵਾਬ ਦਿੱਤਾ, ਮੈਂ ਤਾਂ ਗੱਲਾਂ ਹੀ ਕਰ ਰਹੀ ਹਾਂ, ਤੂੰ ਤਾਂ ਕਾਰੇ ਕਰਕੇ ਦਿਖਾ ਦਿੱਤੇ। ਲਾਹਨਤਾਂ ਤੁਹਾਡੇ ਵਰਗਿਆਂ ਤੇ, ਜੋ ਝੂਠ ਬੋਲ ਕੇ ਲੋਕਾਂ ਦੀਆਂ ਸੋਹਣੀਆਂ ਸੁਨੱਖੀਆਂ ਤੇ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਲੈਂਦੇ ਨੇ। ਤੇ ਤੈਨੂੰ ਕਿਹੜਾ ਮਾੜਾ ਜੁੜਿਆ? ਅਫਸਰ ਆ ਮੇਰਾ ਪੁੱਤ, ਅਫਸਰ। ਨੂੰਹ ਨਾਲ ਲੜਦੀ ਸੱਸ ਨੇ ਲੰਮੀ ਪਈ ਨਹੀਂ ਛਾਤੀ ਤੇ ਆਪਣਾ ਹੱਥ ਮਾਰਿਆ। ਸਵਾਦ ਅਫਸਰ ਨਾ ਜੱਦੀ ਪਿੰਡ ਵਿੱਚ ਕੋਈ ਘਰ, ਨਾ ਸ਼ਹਿਰ ਵਿੱਚ। ਆ ਵਿਆਹ ਤੇ ਜਿਹੜੇ ਸੋਨੇ ਦੇ ਗਹਿਣੇ ਪਾਏ ਤੁਸੀਂ, ਮੈਨੂੰ ਤਾਂ ਉਹ ਵੀ ਨਕਲੀ ਲੱਗਦੇ। ਆਹੋ, ਤੈਨੂੰ ਮੁਫਤ ਦੇ ਮਿਲ ਗਏ, ਸੋ ਨਕਲੀ ਹੀ ਲੱਗਣਗੇ। ਮੋੜ ਦੇਵੀਂ ਸਾਨੂੰ, ਮੇਰੀ ਅਫਸਰ ਧੀ ਦੇ ਨੇ, ਸਾਡੇ ਕੰਮ ਆਉਣਗੇ। ਅਸੀਂ ਵੀ ਕੁੜੀਆਂ ਵਿਆਹੁਣੀਆਂ ਅੱਗੇ। ਤੂੰ ਲੈ ਕੇ ਵਿਖਾਈ ਮੇਰੇ ਕੋਲੋਂ, ਤੇਰੀ ਸੰਗੀ ਵਿੱਚੋਂ ਮੈਂ ਪ੍ਰਾਣ ਨਾ ਕੱਢ ਕੇ ਬਾਹਰ ਕੀਤੇ। ਮੈਂ ਤਾਂ ਕਹਿੰਨੀ ਆ
हे सच्चे पातशाह, जो करतूतां तुसां सब ने रल के मेरे नाल कीतियां ने ਉਹ ਤੇਰੀਆਂ ਇਹਨਾਂ 7 ਕੁੜੀਆਂ ਨਾਲ ਵੀ ਹੋਣ, ਦੁੱਗਣੀਆਂ ਹੋ ਕੇ। ਸਤੀ ਹੋਈ ਨਿਸ਼ਾਂਤਰ ਨੇ ਉੱਪਰ ਨੂੰ ਹੱਥ ਜੋੜ ਕੇ ਬਦਦੁਆ ਹੀ ਦੇ ਦਿੱਤੀ। ਪਿੰਡ ਵਿੱਚ ਰਹਿ ਰਹੀਆਂ ਇਹਨਾਂ ਵਿਚਾਰੀਆਂ 4 ਕੁੜੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹਨਾਂ ਦੀ ਭਾਬੀ ਇੰਨੀ ਤਿੱਖੀ ਤੇ ਕੋਰੀ ਕਰਾਰੀ ਹੈ। ਉਹ ਤਾਂ ਭਾਬੀ ਭਾਬੀ ਕਹਿਣ ਦਾ ਚਾਅ ਵੀ ਪੂਰਾ ਨਾ ਕਰ ਸਕੀਆਂ ਤੇ ਚੁੱਪ ਕਰਕੇ ਸੌਂ ਗਈਆਂ। ਸੋਮਵਾਰ ਨੂੰ ਵਿਆਹ ਦਾ ਚੂੜਾ ਵਧਾਉਣ ਦੀ ਰਸਮ ਹੋਈ ਤਾਂ ਉਹਨਾਂ ਨੇ ਵਾਪਸ ਸ਼ਹਿਰ ਜਾਣ ਲਈ ਗੱਡੀ ਕਰ ਲਈ। ਤਕਰੀਬਨ 1 ਘੰਟੇ ਦੇ ਸਫ਼ਰ ਤੋਂ ਬਾਅਦ ਨਿਸ਼ਾਂਤਰ ਦਾ ਦਿਲ ਘਬਰਾਉਣ ਲੱਗਾ। ਉਹਨਾਂ ਗੱਡੀ ਇੱਕ ਰੈਸਟੋਰੈਂਟ ਕੋਲ ਰੋਕ ਲਈ। ਬਾਕੀ ਸਭ ਰੋਟੀ ਖਾਣ ਲੱਗੇ ਤਾਂ ਨਿਸ਼ਾਂਤਰ ਦੂਸਰੇ ਸਟਾਲ ਵੱਲ ਨਿੰਬੂ ਪਾਣੀ ਪੀਣ ਚਲੀ ਗਈ। ਉੱਥੇ ਉਸਨੂੰ ਅਚਾਨਕ ਹੀ ਆਪਣੀ ਸਹੇਲੀ ਅੰਬਰ ਨਜ਼ਰ ਆਈ। ਹੈ ਅੰਬਰ, ਤੂੰ ਇੱਥੇ ਕੀ ਕਰ ਰਹੀ ਹੈ? ਲੈ, ਤੇਰੇ ਹੱਥ ਵਿੱਚ ਚੂੜਾ, ਤੇਰਾ ਵਿਆਹ ਵੀ ਹੋ ਗਿਆ। ਕਿੰਨੀ ਖਰਾਬ ਆ ਤੂੰ, ਆਪਣੇ ਵਿਆਹ ਤੇ ਮੈਨੂੰ ਯਾਦ ਵੀ ਨਹੀਂ ਕੀਤਾ। ਤੇ ਉਹ ਆਪਣੀ ਸਹੇਲੀ ਦੇ ਗੱਲ ਲੱਗ ਗਿਲੇ ਰੋਸੇ ਕਰਨ ਲੱਗੀ। ਅੰਬਰ ਨੇ ਦੱਸਿਆ ਕਿ ਉਸ ਦਾ ਵਿਆਹ ਤਾਂ ਬਸ 1 ਹਫ਼ਤੇ ਵਿੱਚ ਹੀ ਹੋ ਗਿਆ। ਇੰਨੇ ਨੂੰ ਅੰਬਰ ਦਾ ਘਰ ਵਾਲਾ ਵੀ ਉੱਥੇ ਆ ਗਿਆ। ਨਿਸ਼ਾਂਤਰ ਚੌਂਕ ਗਈ। ਵਿਕਰਮ, ਤੂੰ ਇੱਥੇ ਕੀ ਕਰ ਰਿਹਾ? ਵਿਕਰਮ ਨੂੰ ਇੱਥੇ ਦੇਖ ਕੇ ਉਸ ਦੀਆਂ ਅੱਖਾਂ ਬਾਹਰ ਨੂੰ ਆਉਣ ਲੱਗੀਆਂ ਸਨ। ਤੂੰ ਵਿਕਰਮ ਨੂੰ ਕਿਵੇਂ ਜਾਣਦੀ ਹੈ? ਅੰਬਰ ਵੀ ਹੈਰਾਨ ਸੀ। ਪਹਿਲਾਂ ਵਿਕਰਮ ਦਾ ਰਿਸ਼ਤਾ ਮੇਰੇ ਨਾਲ ਹੀ ਹੋਇਆ ਸੀ, ਬਾਅਦ ਵਿੱਚ ਸਾਡੀ ਕੁੜਮਾਈ ਟੁੱਟ ਗਈ। ਨਿਸ਼ਾਂਤਰ ਨੇ ਸੱਚੋ ਸੱਚ ਦੱਸ ਦਿੱਤਾ। ਇਹ ਸੁਣਦਿਆਂ ਹੀ ਅੰਬਰ ਨੇ ਘੁੱਟ ਕੇ ਨਿਸ਼ਾਂਤਰ ਨੂੰ ਜੱਫੀ ਪਾ ਲਈ। ਹਾਏ ਨਿਸ਼ਾਂਤਰ, ਉਹ ਤੂੰ ਸੀ ਜੋ ਇਹਨਾਂ ਨਾਲ ਕੁੜਮਾਈ ਤੋੜ ਗਈ ਸੀ। ਇਹਨਾਂ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਸੀ, ਪਰ ਤੇਰਾ ਨਾਂ ਨਹੀਂ ਸੀ ਦੱਸਿਆ। ਸੱਚੀ ਰੱਬ ਚੰਗਾ ਹੀ ਕਰਦਾ। ਜੇ ਤੁਹਾਡੀ ਕੁੜਮਾਈ ਨਾ ਟੁੱਟਦੀ ਤਾਂ ਵਿਕਰਮ ਮੈਨੂੰ ਕਿੱਥੋਂ ਮਿਲਦਾ? ਜਦੋਂ ਦਾ ਮੇਰਾ ਇਹਦੇ ਨਾਲ ਵਿਆਹ ਹੋਇਆ, ਮੈਨੂੰ ਤਾਂ 7 ਸਵਰਗਾਂ ਦਾ ਸੁੱਖ ਮਿਲ ਗਿਆ। ਮੈਂ ਵਡਭਾਗੀ ਹੋ ਗਈ ਹਾਂ। ਤੇਰਾ ਬਹੁਤ ਬਹੁਤ ਸ਼ੁਕਰੀਆ। ਨਿਸ਼ਾਂਤਰ ਨੇ ਤਿਰਛੀ ਜਿਹੀ ਨਜ਼ਰ ਨਾਲ ਵਿਕਰਮ ਵੱਲ ਦੇਖਿਆ। ਉਹ ਗੱਲ ਕਰਦੀ ਹੋਈ ਆਪਣੀ ਪਤਨੀ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਪਰ ਤੂੰ ਇਹ ਤਾਂ ਦੱਸਿਆ ਨਹੀਂ ਕਿ ਤੇਰਾ ਘਰ ਵਾਲਾ ਕੀ ਕਰਦਾ? ਨਿਸ਼ਾਂਤਰ ਨੂੰ ਉਸਦੇ ਅਤੀਤ ਨੇ ਹਿਲਾ ਕੇ ਰੱਖ ਦਿੱਤਾ ਸੀ, ਜੋ ਇਸ ਵੇਲੇ ਉਸਦੇ ਸਾਹਮਣੇ ਹੀ ਉਸਦੀ ਸਹੇਲੀ ਦਾ ਪਤੀ ਬਣ ਕੇ ਖੜਾ ਸੀ। ਪਰ ਉਸਨੇ ਆਪਣੇ ਆਪ ਨੂੰ ਸਾਬਤ ਕਰਕੇ ਮਾਣ ਨਾਲ ਕਿਹਾ, ਉਹ ਅਫਸਰ ਨੇ, ਕਨਾਲ ਮਹਿਕਮੇ ਵਿੱਚ SDM ਨੇ। ਅਗਲੇ 1.5 ਸਾਲ ਤੱਕ ਫਿਰ ਉਹਨਾਂ ਦੀ ਤਰੱਕੀ ਹੋ ਜਾਣੀ ਹੈ। ਮੈਂ ਵੀ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ। ਤੁਸੀਂ ਦੋਵੇਂ ਜਾਣੇ ਖੁਸ਼ ਰਹੋ। ਸੰਯੋਗ ਧੁਰੋਂ ਹੀ ਲਿਖੇ ਹੁੰਦੇ ਨੇ। ਜੇ ਇਦਾਂ ਨਾ ਹੁੰਦਾ ਤਾਂ ਤੇਰੀ ਥਾਂ ਮੈਂ ਹੋਣਾ ਸੀ। ਵਿਕਰਮ, ਮੈਨੂੰ ਮਾਫ਼ ਕਰ ਦੇ। ਸ਼ਾਇਦ ਮੈਂ ਤੇਰਾ ਬਹੁਤ ਦਿਲ ਦੁਖਾਇਆ ਉਸ ਦਿਨ। ਤੈਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ ਨਿਸ਼ਾਂਤਰ। ਸ਼ਾਇਦ ਮੈਂ ਤੇਰੇ ਲਾਇਕ ਹੀ ਨਹੀਂ ਸੀ। ਮੈਂ ਖੁਸ਼ ਹਾਂ ਕਿ ਤੈਨੂੰ ਤੇਰੀਆਂ ਖਾਹਿਸ਼ਾਂ ਦੇ ਮੁਤਾਬਕ SDM ਸਾਹਿਬ ਮਿਲ ਗਏ। ਵਿਕਰਮ ਨੇ ਕਿਸਮਤ ਦੀ ਘਾਟ ਤੇ ਬੜੀ ਤਸੱਲੀ ਵਿਖਾਈ। ਦੋਵੇਂ ਸਹੇਲੀਆਂ ਇੱਕ ਦੂਜੇ ਨੂੰ ਪਿਆਰ ਨਾਲ ਮਿਲੀਆਂ ਤੇ ਵਿਛੜ ਗਈਆਂ। ਨਿਸ਼ਾਂਤਰ ਮਨ ਹੀ ਮਨ ਨੀਲੂ ਨੂੰ ਢੇਰ ਸਾਰੀਆਂ ਬਦਦੁਆਵਾਂ ਦਿੰਦੀ ਹੋਈ ਗੱਡੀ ਵਿੱਚ ਬੈਠ ਗਈ। ਤੇਰੀ ਜ਼ਬਾਨ ਵਿੱਚ ਕੀੜੇ ਚੱਲਣ ਨੀਲੂ, ਖਸਮਾਂ ਨੂੰ ਖਾਣੀਏ। ਤੂੰ ਵਿਕਰਮ ਦਾ ਰਿਸ਼ਤਾ ਮੇਰੀ ਸਹੇਲੀ ਨੂੰ ਕਰਾ ਦਿੱਤਾ। ਘਰ ਨੂੰ ਆਉਂਦਿਆਂ ਹੋਇਆਂ ਗੱਡੀ ਵਿੱਚ ਨਿਸ਼ਾਂਤਰ ਚੁੱਪ-ਚਾਪ ਬੈਠੀ ਰਹੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਜਿਉਂਦੀ ਹੈ ਜਾਂ ਮਰ ਗਈ। ਸੋਚਾਂ ਸੋਚਦਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਘਰ ਆ ਗਿਆ। ਨਣਾਨਾ ਨੇ ਗੱਡੀ ਤੋਂ ਉਤਰ ਕੇ ਫਟਾਫਟ ਘਰ ਦੇ ਗੇਟ ਦਾ ਤਾਲਾ ਖੋਲ੍ਹਿਆ ਤੇ ਬਾਕੀ ਦਰਵਾਜ਼ੇ ਖੋਲ੍ਹਣ ਵਿੱਚ ਰੁੱਝ ਗਈਆਂ। ਨਿਸ਼ਾਂਤਰ ਹੌਲੀ-ਹੌਲੀ ਗੇਟ ਵਿੱਚੋਂ ਅੰਦਰ ਵੜੀ ਤਾਂ ਉਸਨੂੰ ਹੇਠਾਂ ਫਰਸ਼ ਤੇ ਇੱਕ ਖੱਤ ਪਿਆ ਨਜ਼ਰੀ ਆਇਆ। ਉਸਨੇ ਉਹ ਖੱਤ ਚੁੱਕ ਲਿਆ। ਕੋਈ ਸਰਕਾਰੀ ਖੱਤ ਸੀ। ਜਿਵੇਂ ਹੀ ਉਸਨੇ ਖੱਤ ਤੇ ਲਿਖਿਆ ਪਤਾ ਪੜ੍ਹਿਆ, ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਖੁੱਲੀਆਂ ਅੱਖਾਂ ਅੱਗੇ ਹਨੇਰ ਛਾ ਗਿਆ, ਸਿਆਹ ਕਾਲਾ ਹਨੇਰ। ਉਹ ਬੇਹੋਸ਼ ਹੋ ਕੇ ਡਿੱਗ ਪਈ। ਧੜਾਮ ਦੀ ਆਵਾਜ਼ ਆਈ। ਸਾਰੇ ਉਸ ਪਾਸੇ ਨੂੰ ਦੌੜੇ। ਨਣਾਨਾ ਨੇ ਸ਼ੋਰ ਪਾ ਦਿੱਤਾ, ਭਾਬੀ ਭਾਬੀ, ਕੀ ਹੋਇਆ ਤੈਨੂੰ? ਅੱਖਾਂ ਖੋਲ। ਇੱਕ ਨਨਾਣ ਫਟਾਫਟ ਭਰਾ ਨੂੰ ਫੋਨ ਕਰਨ ਲੱਗੀ। ਉਸਨੂੰ ਸੰਭਾਲਦਿਆਂ ਅਚਾਨਕ ਉਹਨਾਂ ਨੂੰ ਉਸਦੀ ਬੰਦ ਮੁੱਠੀ ਵਿੱਚ ਕੋਈ ਖੱਤ ਨਜ਼ਰ ਆਇਆ। ਇਹ ਸਰਕਾਰੀ ਖੱਤ ਸੀ। ਉਸਦੀ ਮੁੱਠੀ ਵਿੱਚੋਂ ਖੱਤ ਕੱਢ ਕੇ ਉਹਨਾਂ ਦੇਖਿਆ ਕਿ ਅਜੇ ਉਹ ਖੱਤ ਨਿਸ਼ਾਂਤਰ ਨੇ ਖੋਲ੍ਹਿਆ ਵੀ ਨਹੀਂ ਸੀ। ਉਸਦੀ ਮੁੱਠੀ ਵਿੱਚੋਂ ਇਹ ਖੱਤ ਉਸਦੀ ਨਨਾਣ ਨੇ ਖਿੱਚ ਲਿਆ। ਉਸਦੇ ਉੱਪਰ ਪਤਾ ਲਿਖਿਆ ਹੋਇਆ ਸੀ, ਦੀਵਾਨ ਸਿੰਘ, ਟਿਊਬਵੈੱਲ ਆਪਰੇਟਰ, ਟਿਊਬਵੈੱਲ ਨੰਬਰ 369/11, ਬੀਰਮਪੁਰ, ਖਰੜ। ਦੋਵੇਂ ਨਣਾਨਾਂ ਨੇ ਇੱਕ ਦੂਜੇ ਵੱਲ ਦੇਖਿਆ। ਨੰਗੇ ਹੋਏ ਭੇਤ ਨੂੰ ਨਵਾਂ ਲਿਬਾਸ ਪਾਉਣ ਦੀ ਬੜੀ ਜਾਂਚ ਸੀ ਉਹਨਾਂ ਨੂੰ। ਇਹਨੇ ਨੂੰ ਗੁਆਂਢੀ ਵੀ ਸ਼ੋਰ ਸੁਣ ਕੇ ਆ ਗਏ।
ਕੀ ਹੋਇਆ ਵਹੁਟੀ ਨੂੰ? ਦੌਰਾ ਪੈ ਗਿਆ ਲੱਗਦਾ। ਸੱਸ ਨੇ ਡਾਢੇ ਫਿਕਰ ਦਾ ਦਿਖਾਵਾ ਕੀਤਾ। ਨਹੀਂ ਕੁਝ ਨਹੀਂ ਹੋਇਆ ਅੰਕਲ ਜੀ। ਗਗਰੇਟ ਗਏ ਸੀ ਮੱਥਾ ਟਿਕਾਉਣ ਭਾਜੀ ਤੇ ਭਾਈ ਦਾ। ਪਹਾੜੀ ਰਸਤਿਆਂ ਦੇ ਵਲਵਲਾਟਾਂ ਕਰਕੇ ਰਸਤੇ ਵਿੱਚ ਹੀ ਤਬੀਅਤ ਖਰਾਬ ਹੋ ਗਈ ਸੀ ਇਹਨਾਂ ਦੀ। ਪ੍ਰੈਗਨੈਂਟ ਨੇ ਭਾਬੀ ਜੀ। ਪ੍ਰੈਗਨੈਂਟ ਕਹਿਣ ਤੇ ਉਸਨੇ ਡਾਢਾ ਹੀ ਜ਼ੋਰ ਲਾਇਆ। ਓਹੋ ਬੱਲੇ ਬਈ, ਇਹ ਤਾਂ ਖੁਸ਼ੀ ਦੀ ਗੱਲ ਆ। ਮੁਬਾਰਕਾਂ ਹੁਣ ਭਾਈ, ਮੁਬਾਰਕਾਂ ਸਾਰੇ ਪਰਿਵਾਰ ਨੂੰ। ਮੁਬਾਰਕਾਂ ਫਿਰ ਦੇ ਦਿਓ ਜੀ। ਵਹੁਟੀ ਨੂੰ ਚੁੱਕ ਕੇ ਪਹਿਲਾਂ ਪਲੰਗ ਤੇ ਪਾਓ। ਕੋਈ ਵਧਾਈਆਂ ਦੇਈ ਜਾ ਰਿਹਾ ਸੀ ਤੇ ਕੋਈ ਪ੍ਰੈਗਨੈਂਸੀ ਵੇਲੇ ਦੀਆਂ ਨਸੀਹਤਾਂ। ਨਿਸ਼ਾਂਤਰ ਨੂੰ ਚੁੱਕ ਕੇ ਪਲੰਗ ਤੇ ਪਾਇਆ ਤਾਂ ਉਹ ਕੁਝ ਬੜਬੜਾਈ। ਉਹ ਚੁੱਪ ਕਰੋ ਭਾਈ, ਵਹੁਟੀ ਨੂੰ ਹੋਸ਼ ਆ ਰਿਹਾ। ਕੋਈ ਉੱਚੀ ਸਾਰੀ ਬੋਲਿਆ। ਸਾਰੇ ਚੁੱਪ ਹੋ ਕੇ ਧਿਆਨ ਨਾਲ ਸੁਣਨ ਲੱਗੇ। ਨਿਸ਼ਾਂਤਰ ਦੇ ਬੁੱਲ ਹਿੱਲ ਰਹੇ ਸਨ। ਕੁੜੀ ਦੀਆਂ 100 ਤੇ ਉਹ ਫਿਰ ਬੇਹੋਸ਼ ਹੋ ਗਈ। ਉਹ ਘਬਰਾਓ ਨਾ, ਏਦਾਂ ਹੀ ਹੁੰਦਾ ਪ੍ਰੈਗਨੈਂਸੀ ਵੇਲੇ। ਵਹੁਟੀ ਸਬਕੌਂਸ਼ੀਅਸਲੀ ਸੁਪਨਾ ਦੇਖ ਰਹੀ ਆ ਕਿ ਉਸਦੇ ਕੁੜੀ ਹੋਈ ਆ ਤੇ ਉਹ ਉਸਨੂੰ 100-200 ਖੁਰਾਕਾਂ ਲੈ ਕੇ ਦੇ ਰਹੀ ਆ। ਸਾਰੇ ਠਹਾਕੇ ਮਾਰ ਕੇ ਹੱਸਣ ਲੱਗ ਪਏ। ਇੱਕ ਮੁੰਡਾ ਲਿਮਕੇ ਦੀ ਬੋਤਲ ਲੈਣ ਦੌੜ ਗਿਆ ਤੇ ਇੱਕ ਨਾਲ ਦੇ ਮੁਹੱਲੇ ਵਿੱਚੋਂ ਡਾਕਟਰ। ਸੋ ਤੁਸੀਂ ਸੁਣ ਰਹੇ ਸੀ ਕਹਾਣੀਕਾਰ ਕੁਲਵਿੰਦਰ ਕੌਰ ਰੂਹਾਨੀ ਜੀ ਦੁਆਰਾ ਲਿਖੀ ਕਹਾਣੀ, ਜਿਸ ਵਿੱਚ ਰਿਸ਼ਤਿਆਂ ਵਿੱਚ ਰੱਖੇ ਜਾਂਦੇ ਓਹਲੇ ਤੇ ਕੀਤੇ ਜਾਂਦੇ ਧੋਖਿਆਂ ਨੂੰ ਬਹੁਤ ਹੀ ਬਾਖੂਬੀ ਬਿਆਨ ਕੀਤਾ ਗਿਆ ਹੈ। ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿ ਕਿਸ ਤਰ੍ਹਾਂ ਦੀ ਲੱਗੀ। ਚੰਗੀ ਲੱਗੀ ਇੱਕ ਲਾਈਕ ਵੀ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ। ਇਹ ਕਹਾਣੀ ਸੁਣਨ ਲਈ, ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ। ਤਦ ਤੱਕ ਤੁਸੀਂ ਚੈਨਲ ਉੱਪਰ ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ। ਸ਼ੁਕਰੀਆ।